ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਚੌਪਈ ਪੁਨ ਸ੍ਰੀ ਪ੍ਰਭ ਤਿਆਰੀ ਕਰਵਾਈ ਦਾਰੇ ਜੀਨ ਹੈਨ ਸਮੁਦਾਈ ਕਰਿਓ ਕੂਚ ਚਲ ਪਰੇ ਅਗੇਰੇ ਕਿਤਿਕ ਕੌਸ ਉਲਗੇ ਜਿਸ ਬੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗ। ਸਤਵੇਂ ਪਾਤਸ਼ਾਹ ਕੋਮਲਤਾ ਦੇ ਬਹਾਨ ਅਥਾਹ ਸਾਗਰ ਪਰਮ ਦਿਆਲੂ ਕਿਰਪਾਲੂ ਕਰਨਾਲੂ ਸਤਿਗੁਰੂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਆਪ ਜੀ ਮਨਾਉਣਾ ਕਰ ਰਹੇ। ਅੱਜ ਦੇ ਦਿਨ ਜਗਤ ਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਕਾਰਯੋਗ ਪਿਤਾ ਧੰਨ ਬਾਬਾ ਗੁਰਦੱਤਾ ਸਾਹਿਬ ਜੀ ਤਿਨਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਅਨੰਤੀ ਜੀ ਜਿਨ੍ਹਾਂ ਨੂੰ ਪੰਥ ਨਿਹਾਲ ਕੌਰ ਦੇ ਨਾਂ ਨਾਲ ਵੀ ਜਾਣਦਾ ਹੈ,
ਤਿਨਾਂ ਦੇ ਗ੍ਰਹਿ ਵਿਖੇ ਅੰਮ੍ਰਿਤ ਵੇਲੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਬਾਬਾ ਗੁਰਦਿੱਤਾ ਜੀ ਸਤਿਗੁਰੂ ਜੀ ਨੂੰ ਨਾਲ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਗਏ। ਆਪਣੇ ਪੋਤਰੇ ਨੂੰ ਗੋਦ ਵਿੱਚ ਲੈ ਕੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨਾਲੇ ਮੱਥਾ ਚੁੰਮਦੇ ਤਾਂ ਬਚਨ ਕਰਦੇ ਤਾਂ ਖੁਦ ਹਰੀ ਰਾਏ ਹਨ। ਇਹ ਤਾਂ ਖੁਦ ਹਰੀ ਰਾਜੇ ਹਨ, ਹਰੀ ਰਾਏ ਹਨ। ਨਾਮਕਰਨ ਵੀ ਕੀਤਾ ਗਿਆ ਤੇ ਹੀ ਨਾਂ ਰੱਖਿਆ ਗਿਆ ਸ਼੍ਰੀ ਹਰਿ ਰਾਏ ਸਾਹਿਬ। ਜਗਤ ਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬਾਲ ਅਵਸਥਾ ਵਿੱਚ ਸਨ ਜਦੋਂ ਪਿਤਾ ਬਾਬਾ ਗੁਰਦਿੱਤਾ ਜੀ ਸੱਚਖੰਡ ਗਮਨ ਕਰ ਗਏ। ਦਾਦਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦੀ ਪਰਵਰਿਸ਼ ਕੀਤੀ ਤੇ ਇਹਨਾਂ ਦੀ ਸੰਗਤ ਵਿੱਚ ਰਹਿ ਕੇ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਦਿਆਂ ਹੁਕਮੀ ਵਿੱਚ ਹੀ ਇੱਕਮਿਕ ਹੋ ਗਏ। ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਕੇ ਹੁਕਮੀ ਦੇ ਹੀ ਰੂਪ ਵਿੱਚ ਇੱਕਮਿਕ ਹੋ ਗਏ। ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਗੁਰੂ ਹਰਿ ਰਾਏ ਸਾਹਿਬ ਵਿੱਚ ਬਿਰਾਜਮਾਨ ਹੋਈ। ਗੁਰਤਾ ਗੱਦੀ ਦੇ ਰੱਥ ਤੇ ਸਵਾਰ ਹੋ ਕੇ ਅਨੇਕਾਂ ਜੀਵਾਂ ਦਾ ਭਲਾ ਕੀਤਾ, ਕਲਿਆਣ ਕੀਤੀ। ਇਧਰ ਮਾਲਵੇ ਦੇ ਇਲਾਕੇ ਦਾ ਰਟਨ ਕੀਤਾ। ਬਹੁਤ ਸਾਰੇ ਅਸਥਾਨ ਪਵਿੱਤਰ ਕਰਦਿਆਂ ਅਨੇਕਾਂ ਜੀਵਾਂ ਦੀ ਘਾਲਣਾ ਥਾਂ ਪਾਉਂਦਿਆਂ ਤੇ ਇਹਨਾਂ ਨੂੰ ਮੋਕਸ਼ ਦਾ, ਮੁਕਤੀ ਦਾ ਅਧਿਕਾਰੀ ਬਣਾਇਆ। ਭਾਈ ਗੌਰਾ ਜੀ ਵਰਗੇ ਗੁਰਸਿੱਖਾਂ ਤੇ ਨਿਹਾਲ ਹੋ ਕੇ ਕਿਰਤਾਰਥ ਕੀਤਾ ਤੇ ਇਹਨਾਂ ਨੂੰ ਨਿਹਾਲ ਕੀਤਾ। ਔਰ ਗੁਰਬਾਣੀ ਦਾ ਅਦਬ ਕਿਵੇਂ ਰੱਖਣਾ ਹੈ, ਗੁਰਬਾਣੀ ਦਾ ਸਤਿਕਾਰ ਕਿਵੇਂ ਰੱਖਣਾ ਹੈ, ਹੁਕਮ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਦਿੱਤਾ। ਬਚਨ ਕੀਤਾ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਕੀ ਬਾਣੀ ਦਾ ਅਦਬ ਨਹੀਂ ਰੱਖਦੇ, ਗੁਰਬਾਣੀ ਦਾ ਸਤਿਕਾਰ ਨਹੀਂ ਰੱਖਦੇ, ਉਹ ਸਾਡਾ ਸਿੱਖ ਨਹੀਂ। ਫਿਰ ਬਚਨ ਕੀਤਾ ਮਨ ਜਾਗੈ ਕਿ ਇਹ ਨਿਸ਼ਾਨੀ, ਪ੍ਰਿਆ ਲਾਗੈ ਸਤਿਗੁਰ ਕੀ ਬਾਣੀ। ਜਾਗੇ ਹੋਏ ਮਨ ਦੀ ਨਿਸ਼ਾਨੀ ਇਹ ਹੈ ਕਿ ਜਿਨ੍ਹਾਂ ਦੇ ਮਨ ਜਾਗ ਪਏ ਨੇ ਉਹਨਾਂ ਨੂੰ ਗੁਰੂ ਕੀ ਬਾਣੀ ਪਿਆਰੀ ਲੱਗਦੀ। ਅੱਜ ਕੱਲ ਆਪਾਂ ਉਸ ਨੂੰ ਅਚੇਤ ਮਨ ਕਹਿ ਦਿੰਦੇ ਹਾਂ। ਅਚੇਤ ਮਨ ਜਦੋਂ ਚੇਤਨ ਹੁੰਦਾ ਹੈ, ਉਹ ਜਾਗਦਾ ਹੈ ਸਾਧਨਾ ਦੁਆਰਾ, ਤੇ ਫਿਰ ਉਹਨੂੰ ਗੁਰੂ ਕੀ ਬਾਣੀ ਬੜੀ ਪਿਆਰੀ ਲੱਗਦੀ ਹੈ, ਗੁਰੂ ਕੀ ਬਾਣੀ ਬੜੀ ਮਿੱਠੀ ਲੱਗਦੀ। ਉਹਦੇ ਜੀਵਨ ਦਾ ਆਧਾਰ ਗੁਰੂ ਕੀ ਬਾਣੀ ਬਣ ਜਾਂਦੀ ਹੈ। ਇਹ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਦੇ ਬਚਨ ਹਨ। ਉੱਥੇ ਗਰੀਬ ਨਵਾਜ ਸਾਹਿਬ ਜੀ ਸਮਾਜ ਦੇ ਜੀਵਾਂ ਦੇ ਭਲੇ ਵਾਸਤੇ ਮਹਾਰਾਜ ਜੀ ਪਰਉਪਕਾਰ ਕਰਦੇ। ਹਸਪਤਾਲ ਦੀ ਸਥਾਪਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਕੀਤੀ ਕਿ ਜੇ ਬਾਦਸ਼ਾਹ ਦੇ ਲੜਕੇ ਨੂੰ ਦਵਾਈ ਦੀ ਲੋੜ ਪਈ ਤੇ ਉਹਦੇ ਦਵਾਖਾਨੇ ਚੋਂ ਦਵਾਈਆਂ ਨਹੀਂ ਸਨ, ਜਿਹੜੀ ਦਵਾਈ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਦੇ ਦਵਾਖਾਨੇ ਚੋਂ ਪ੍ਰਾਪਤ ਹੋਈ। ਬਹੁਤ ਸਾਰੇ ਸੁੰਦਰ ਬਾਗ ਲਵਾਏ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਇੱਕ ਦਿਨ ਇੱਕ ਪਹਾੜ ਦੇ ਸਿਖਰ ਤੇ ਚੜੇ ਹੋਏ, ਦੂਰ ਨਿਗਾਹ ਮਾਰ ਕੇ ਵੇਖਦੇ ਬੜੇ ਗਹੁ ਨਾਲ ਤੇ ਬੋਲੇ, ਗੁਰੂ ਨਾਨਕ ਸਾਹਿਬ ਦਾ ਬਣਾਇਆ ਜਹਾਜ਼ ਮੰਝ ਧਾਰ ਦੇ ਵਿੱਚ ਹੈ ਤੇ ਟੁਕੜੇ ਟੁਕੜੇ ਹੋ ਗਿਆ, ਟੁੱਟ ਗਿਆ।
ਸੁਣ ਕੇ ਸਿੱਖ ਇੱਕਦਮ ਅਚੰਭਤ ਹੋਏ, ਹੈਰਾਨ ਹੋਏ। ਆਖਿਆ, ਹੈ ਸਤਵੇਂ ਪਾਤਸ਼ਾਹ, ਇਹ ਕੈਸੇ ਬਚਨ ਹਨ? ਮਹਾਰਾਜ ਜੀ ਕਹਿੰਦੇ, ਜੋ ਵਰਤਣਾ ਹੈ ਉਹ ਦੱਸ ਰਹੇ ਹਾਂ, ਪਰ ਚਿੰਤਤ ਨਾ ਹੋਵੋ। ਜੇ ਟੁੱਟਿਆ ਹੈ ਤਾਂ 10ਵੇਂ ਜਾਮੇ 'ਚ ਇਹਨੂੰ ਇਕੱਠਾ ਵੀ ਕਰ ਲਵਾਂਗੇ। ਕੀਰਤਪੁਰ ਸਾਹਿਬ ਇਹ ਬਚਨ ਗੁਰੂ ਹਰਿ ਰਾਏ ਸਾਹਿਬ ਕਹਿ ਰਹੇ ਨੇ ਦੂਰ ਅੰਦੇਸ਼ੀ ਬਿਰਤੀ ਨਾਲ। ਔਰ 9ਵੇਂ ਪਾਤਸ਼ਾਹ ਦੇ ਸਮੇਂ ਐਸਾ ਹੋਇਆ ਜਦੋਂ 22 ਮੰਜੀਆਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਲੱਗੀਆਂ। ਮਸੰਦਾਂ ਨੇ ਸੰਗਤਾਂ ਦੇ ਵਿੱਚ ਵੰਡ ਪਾ ਦਿੱਤੀ, ਤੇ ਇਹੀ ਮਤਲਬ ਸੀ ਕਹਿਣ ਦਾ ਵੀ ਟੁਕੜੇ ਟੁਕੜੇ ਹੋ ਰਹੇ। ਪਰ ਕਲਗੀਧਰ ਪਾਤਸ਼ਾਹ ਨੇ ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ 10ਵੇਂ ਜਾਮੇ 'ਚ ਇਕੱਠਾ ਕਰਾਂਗੇ, ਤੇ ਮਸੰਦਾਂ ਦੀ ਉਹ ਪ੍ਰਥਾ ਖਤਮ ਕਰਕੇ ਸਾਰੀ ਸੰਗਤ ਨੂੰ ਗੁਰੂ ਕਲਗੀਧਰ ਜੀ ਨੇ ਇੱਕ ਕਰ ਦਿੱਤਾ। ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ 7ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅੱਜ ਦਾ ਦਿਨ ਇਹ ਵਾਤਾਵਰਣ ਦਿਵਸ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਂਦਾ ਹੈ। 7ਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਅਨੇਕਾਂ ਬਾਗ, ਅਨੇਕਾਂ ਬਗੀਚੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਲਵਾਏ। ਤੋ ਇਹ ਹੁਕਮ ਵੀ ਸਤਿਗੁਰੂ ਜੀ ਕਰਦੇ। ਲੜੀਵਾਰ ਕਥਾ ਕਲਗੀਧਰ ਸੁਆਮੀ ਜੀ ਦੇ ਪਵਿੱਤਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ। ਗਰੀਬਨਵਾਜ ਜੀ ਭਗਤਾ ਭਾਈ ਕਾ ਨਗਰ, ਇਹਨਾਂ ਨੂੰ ਕਿਰਤਾਰਥ ਕਰਕੇ ਇੱਥੋਂ ਅੱਗੇ ਚੱਲੇ ਨੇ। ਚੱਲ ਕੇ ਗਰੀਬ ਨਵਾਜ ਜੀ ਇੱਕ ਨਗਰ 'ਚ ਪਹੁੰਚੇ ਨੇ। ਇਸ ਨਗਰ ਦਾ ਨਾਮ ਹੈ ਬੰਦਰ। ਤੇ ਇਹਨਾਂ ਦਾ ਉਧਾਰ ਕੀਤਾ। ਉੱਥੋਂ ਚੱਲ ਕੇ ਮਹਾਰਾਜ ਜੀ ਬਰਗਾੜੀ ਆਏ। ਬਰਗਾੜੀ ਵਿੱਚ ਕਪੂਰੇ ਚੌਧਰੀ ਦਾ ਭਤੀਜਾ ਸੀ, ਜਿਹੜਾ ਕਪੂਰੇ ਨਾਲ ਹੀ ਲੜਦਾ ਸੀ। ਉਹਦੇ ਬਾਬਤ ਬਚਨ ਬਿਲਾਸ ਹੋਏ। ਉਹ ਕਥਾ ਆਪ ਜੀ ਨੇ ਕੱਲ ਵਿਸਥਾਰ ਸਹਿਤ ਸਰਵਣ ਕੀਤੀ ਕਿ ਜਿਹੜੀ ਭਾਵੀ ਹੈ ਉਹ ਕਿਵੇਂ ਵਰਤੀ ਹੈ। ਬਰਗਾੜੀ ਤੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚੱਲੇ ਹਨ। ਬਾਈਬਲ ਆਦਿਕ ਨਗਰਾਂ ਨੂੰ ਪਵਿੱਤਰ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਸਰਵਣ ਕਰੀਏ। ਦਇਆਨਿਧ ਸੁਆਮੀ ਜੀ ਦੇ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੁਨ ਸ੍ਰੀ ਪ੍ਰਭ ਤਿਆਰੀ ਕਰਵਾਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਰਗਾੜੀ ਤੋਂ ਚੱਲਣ ਦੀ ਤਿਆਰੀ ਕਰਵਾਈ। ਹੁਕਮ ਕੀਤਾ ਕਿ ਹੁਣ ਇੱਥੋਂ ਚਾਲਾ ਮਾਰੀਏ। ਡਾਰੇ ਜੀਨ ਹੈ ਨ ਸਮੁਦਾਈ। ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਕੇ ਸੇਵਾਦਾਰਾਂ ਨੇ, ਸਿਪਾਹੀਆਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ, ਘੋੜੇ ਸ਼ਿੰਗਾਰੇ ਤਿਆਰ ਕੀਤੇ। ਕਰਿਓ ਕੂਚ ਚੱਲ ਪਰੇ ਅਗੇਰੇ। ਔਰ ਇੱਥੋਂ ਮਹਾਰਾਜ ਜੀ ਨੇ ਕੂਚ ਕੀਤਾ ਤੇ ਅੱਗੇ ਨੂੰ ਚਾਲੇ ਮਾਰੇ। ਕਿਤਕ ਕੋਸ ਉਲਗੇ ਜਿਸ ਬੇਰੇ। ਹਾਂ, ਕਿਤਕ ਕੋਸ ਉਲੰਘੇ। ਉਲੰਘੇ ਦਾ ਮਤਲਬ ਵੀ ਲੰਘ ਕੇ ਗਏ ਜਿਸ ਵੇਲੇ। ਵੇਹਵਲ ਤੇ 84 ਨਾਮੂ। ਅੱਗੇ 2 ਪਿੰਡ ਆਏ, ਥੋੜੇ ਥੋੜੇ ਦੂਰੀ ਤੇ ਹਨ। ਇੱਕ ਪਿੰਡ ਦਾ ਨਾਮ ਹੈ ਬਹਿਵਲ ਤੇ ਦੂਸਰੇ ਪਿੰਡ ਦਾ ਨਾਮ ਹੈ 84। ਸਿਉਰਾਵੀ ਵੀ ਇਹਨੂੰ ਕਹਿੰਦੇ ਹਨ। ਕਰੇ ਬੇਲੋਕਨ ਜਬ ਏ ਗ੍ਰਾਮੂ। ਜਦੋਂ ਸਤਿਗੁਰੂ ਕਲਗੀਧਰ ਜੀ ਨੇ ਦੋਵੇਂ ਪਿੰਡ ਵੇਖੇ ਹਨ,
ਡੇਰਾ ਕਰਤ ਭਏ ਸਭ ਥਾਨ। ਸ਼ੁਭ ਥਾਂ ਦੇ ਉੱਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ। ਸਨੇ ਸਨੇ ਪਹੁੰਚੇ ਸਭ ਆਨ। ਪਿੱਛੇ ਜਿਹੜੀਆਂ ਫੌਜਾਂ ਸਨ ਉਹ ਵੀ ਸਹਿਜੇ ਸਹਿਜੇ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਉਹ ਵੀ ਚੱਲ ਕੇ ਆ ਗਏ, ਪਹੁੰਚ ਗਏ। ਦੋਦੇ ਵਾਲ ਤਾਲ ਕੋ ਨਾਮੂ। ਪਹਿਰ ਤੀਸਰੇ, ਫਿਰ ਮਹਾਰਾਜ ਜੀ ਨੇ ਤੀਸਰੇ ਪਹਿਰ ਸੀ ਦਿਨ ਦਾ, ਤੋਂ ਸ਼ਰਦਾਈਆਂ ਦੇ ਰਗੜੇ ਲੱਗੇ, ਗਰਬੀਆਂ ਦੇ ਦਿਨ ਹਨ, ਉਹ ਮਹਾਰਾਜ ਜੀ ਨੇ ਛਕੇ। ਲਾਗੇ ਦੋਦੇਵਾਲ ਨਾਮ ਦਾ ਇੱਕ ਤਾਲ ਹੈ। ਤਿਸ ਮੈਂ ਸੁਨ ਜਲ ਕੋ ਅਬਿਰਾਮੂ। ਦਿਨ ਦੇ ਤੀਸਰੇ ਪਹਿਰ ਦਾ ਸਮਾਂ ਸੀ। ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਜਿਹੜਾ ਦੋਦੇਵਾਲ ਤਾਲ ਹੈ, ਸਰੋਵਰ ਤਾਲ ਤਲਾਬ ਹੈ, ਉਹਦੇ ਵਿੱਚ ਸਾਫ਼ ਜਲ ਹੈ। ਇਹ ਜਾਣ ਕੇ ਹੇਤ ਸੁਚੇਤੇ ਤਿਸ ਟਿਗ ਗਏ। ਮਹਾਰਾਜ ਜੀ ਉਸ ਤਾਲ ਦੇ ਨੇੜੇ ਗਏ, ਪਹਿਲਾਂ ਸੁਚੇਤੇ ਗਏ ਤੇ ਫਿਰ ਇਸ਼ਨਾਨ ਪਾਨ ਕਰਨ ਵਾਸਤੇ ਕਿ ਤਾਲ ਦਾ ਨਿਰਮਲ ਜਲ ਹੈ, ਉਸ ਤਾਲ ਦੇ ਕੋਲ, ਦੋਦੇਵਾਲ ਤਾਲ ਦੇ ਕੋਲ ਆਏ। ਸੋਚ ਇਸ਼ਨਾਨ ਤਾਹਾਂ ਕਰ ਲਏ। ਇੱਥੇ ਆ ਕੇ ਸਤਿਗੁਰੂ ਜੀ ਨੇ ਸੋਚ ਇਸ਼ਨਾਨ ਕੀਤਾ ਹੈ। ਏਕ ਸ਼ਹੀਦ ਤੁਰਕ ਤਬ ਆਵਾ। ਸਤਿਗੁਰੂ ਜੀ ਇਸ ਤਾਲ 'ਚ ਇਸ਼ਨਾਨ ਕਰਕੇ ਬਾਹਰ ਆਏ, ਸਵੱਛ ਬਸਤਰ ਧਾਰਨ ਕੀਤੇ ਤੇ ਇੰਨੇ ਨੂੰ ਇੱਕ ਗੁਪਤ ਚੰਗੀ ਕੋਈ ਦੇਵਰੂ ਹੈ। ਦੇਵਰੂ ਸ਼ਹੀਦ ਇੱਥੇ ਭਾਈ ਸਾਹਿਬ ਨੇ ਲਿਖਿਆ। ਸ਼ਹੀਦ ਦਾ ਮਤਲਬ ਹੈ ਜਿਹੜੇ ਸੱਚ ਦੀ ਸ਼ਾਦੀ ਭਰਦੇ ਨੇ। ਸ਼ਹੀਦ ਉਹੀ ਨਹੀਂ ਹੁੰਦੇ ਜਿਹੜੇ ਜੰਗ ਦੇ ਮੈਦਾਨ 'ਚ ਸ਼ਹੀਦ ਹੋਣ। ਸੱਚ ਤੇ ਪਹਿਰਾ ਦੇਂਦਿਆਂ, ਸੱਚ ਤੇ ਚੱਲਦਿਆਂ ਜਿਹੜੇ ਆਪਣਾ ਸਰੀਰ ਤਿਆਗ ਦੇਣ, ਉਹ ਵੀ ਸ਼ਹੀਦ। ਇਹ ਵੀ ਇੱਕ ਸ਼ਹੀਦ ਹੈ ਜਿਹੜਾ ਉਸ ਤਾਲ ਦੇ ਵਿੱਚੋਂ ਦੀ ਨਿਕਲ ਕੇ ਆਇਆ ਕਲਗੀਧਰ ਜੀ ਦੇ ਦਰਸ਼ਨ ਕਰਨ ਲਈ। ਸਮਸ਼ ਸੇਤ ਸੇਤੈ ਪਹਿਰਾਵਾ। ਇਹਦਾ ਦਾੜਾ ਚਿੱਟਾ ਤੇ ਚਿੱਟੇ ਰੰਗ ਦੀ ਹੀ ਪੁਸ਼ਾਕ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੀ ਹੋਈ ਹੈ। ਸਹਿਸ ਤਰੋਵਰ ਦੀਰਗ ਖਰਿਓ। ਲਾਗੇ ਹੀ ਨਾ ਇੱਕ ਸ਼ਰੀ ਦਾ ਬ੍ਰਿਛ ਖੜਾ ਹੋਇਆ। ਸ਼ਰੀ ਵੱਡਾ ਦਰਖਤ ਹੁੰਦਾ, ਉਹ ਨੇੜੇ ਹੀ ਜਿੱਥੇ ਸਰੋਵਰ ਸੀ ਨਾ, ਤਲਾਬ ਦੋਦੇਵਾਲ, ਉਹਦੇ ਨੇੜੇ ਹੀ ਉਹ ਦਰਖਤ ਸੀ ਸ਼ਰੀ ਦਾ। ਉਹ ਵੱਡੇ ਆਕਾਰ ਦਾ ਦਰਖਤ ਸੀ। ਚਿਰੰਕਾਲ ਤੇ ਬਾਸਾ ਕਰਿਓ। ਇਹ ਜਿਹੜਾ ਸ਼ਹੀਦ ਆਇਆ ਨਾ, ਇਹ ਲੰਮੇ ਸਮੇਂ ਤੋਂ ਉਸੇ ਦਰਖਤ ਵਿੱਚ ਨਿਵਾਸ ਰੱਖਦਾ ਸੀ। ਉਸੇ ਸ਼ਰੀ ਦੇ ਦਰਖਤ ਨੂੰ ਹੀ ਇਹਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ। ਤਹ ਤੇ ਨਿਕਸ ਗੁਰੂ ਟਿਗ ਆਇਓ। ਜਦੋਂ ਕਲਗੀਧਰ ਜੀ ਨੂੰ ਇਹਨੇ ਤਾਲ ਵਿੱਚ ਇਸ਼ਨਾਨ ਕਰਦਿਆਂ ਵੇਖਿਆ ਤੇ ਉਸ ਸ਼ਰੀ ਦੇ ਦਰਖਤ ਵਿੱਚੋਂ ਇਹ ਨਿਕਲ ਕੇ ਸਤਿਗੁਰੂ ਜੀ ਦੇ ਕੋਲ ਆਇਆ। ਹਾਥ ਜੋੜ ਪਗ ਸੀਸ ਨਿਵਾਇਓ। ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹਨੇ ਆ ਕੇ ਸੀਸ ਝੁਕਾਇਆ ਹੈ। ਤਿਸ ਕੋ ਦੇਖ ਗੁਰੂ ਬਚ ਕੀਆ। ਜਦੋਂ ਇਹਨੂੰ ਮੱਥਾ ਟੇਕਦਿਆਂ ਕਲਗੀਧਰ ਜੀ ਨੇ ਵੇਖਿਆ ਤੇ ਵੇਖ ਕੇ ਕਲਗੀਧਰ ਸਵਾਮੀ ਜੀ ਬੋਲੇ, ਰਾਜੀ ਹੈ ਹੁਸੈਨ ਖਾਂ ਮੀਆਂ। ਮਹਾਰਾਜ ਜੀ ਕਹਿੰਦੇ, ਹਾਂ ਮੀਆਂ ਹੁਸੈਨ ਖਾਂ ਜੀ ਰਾਜੀ ਹੋ। ਸੁਨ ਮਨ ਆਨੰਦ ਦੀਰਗ ਤਾਰਾ। ਕਿਉਂਕਿ ਇਹ ਜਿਹੜਾ ਵੀਰ ਆਇਆ ਨਾ, ਇਹ ਹੈ ਤਾਂ ਗੁਪਤ ਰੂਹ ਸੀ, ਸਰੀਰ ਧਾਰੀ ਨਹੀਂ ਸੀ। ਇਹ ਦੇਵ ਰੂਹਾਂ ਹੁੰਦੀਆਂ ਗੁਰੂ ਖਾਲਸਾ ਜੀ। ਇੱਕ ਭਿਆਨਕ ਰੂਹਾਂ ਹੁੰਦੀਆਂ ਤਾਮਸੀ ਬਿਰਤੀ ਵਾਲੀਆਂ, ਇੱਕ ਸਤੋਗੁਣੀ ਬਿਰਤੀ ਵਾਲੀਆਂ ਦੇਵ ਰੂਹਾਂ ਹੁੰਦੀਆਂ ਜਿਹੜੇ ਸਾਧਨਾ ਕਰਦੇ ਨੇ, ਪਰ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਕਮੀ ਰਹਿ ਜਾਂਦੀ ਹੈ ਤੇ ਮੋਕਸ਼ ਨੂੰ ਪ੍ਰਾਪਤ ਨਹੀਂ ਹੁੰਦੇ। ਉਹ ਦੇਵ ਰੂਹਾਂ ਹੁੰਦੀਆਂ ਸਤੋਗੁਣੀ ਬਿਰਤੀ ਵਾਲੀ। ਉਹ ਜਦੋਂ ਨੇੜੇ ਤੇੜੇ ਹੁੰਦੀਆਂ ਨੇ ਤਾਂ ਮਨ ਦੇ ਵਿੱਚ ਰੰਗ ਲੱਗਦਾ ਹੈ। ਅਕਸਰ ਜਿੱਥੇ ਭਲੇ ਪੁਰਸ਼ ਹੁੰਦੇ ਆ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਆ, ਉੱਥੇ ਉਹ ਦੇਵ ਰੂਹਾਂ ਦਾ ਨਿਵਾਸ ਹੁੰਦਾ ਹੈ।
ਕਲਗੀਧਰ ਜੀ ਦੇ ਜਦੋਂ ਇਹਨੇ ਦਰਸ਼ਨ ਕੀਤੇ ਤੇ ਆ ਕੇ ਮੱਥਾ ਟੇਕਿਆ, ਮਹਾਰਾਜ ਜੀ ਕਹਿੰਦੇ ਹਾਂ ਮੀਆਂ ਹੁਸੈਨ ਖਾਨ ਜੀ ਰਾਜੀ ਹੋ? ਏਦਾਂ ਸਤਿਗੁਰੂ ਜੀ ਨੇ ਪੁੱਛਿਆ। ਤੇ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ, ਰਾਜੀ ਆਜ ਵਿਸਾਲਿਓ ਚਾਰਾ। ਉਹ ਅੱਗੋਂ ਬੋਲਿਆ ਬੜਾ ਖੁਸ਼ ਹੋ ਕੇ ਵੀ ਇਹਨਾਂ ਨੇ ਤਾਂ ਮੇਰਾ ਨਾਂ ਲੈ ਕੇ ਮੈਨੂੰ ਬੁਲਾਇਆ। ਕਹਿਣ ਲੱਗਾ ਹਾਂ ਮਹਾਰਾਜ ਅੱਜ ਰਾਜੀ ਹੋ ਗਿਆ ਤੁਹਾਡੇ ਦਰਸ਼ਨ ਕਰਕੇ, ਪਹਿਲਾਂ ਨਹੀਂ ਸੀ, ਅੱਜ ਰਾਜੀ ਹੋ ਗਿਆ। ਬੜੇ ਪਿਆਰ ਨਾਲ, ਬੜਾ ਖੁਸ਼ ਹੋ ਕੇ ਆਨੰਦ ਵਿੱਚ, ਹਾਂ ਮਹਾਰਾਜ ਅੱਜ ਰਾਜੀ ਹੋ ਗਿਆ ਤੁਹਾਡੇ ਦੀਦਾਰ ਕਰਕੇ, ਦਰਸ਼ਨ ਕਰਕੇ। ਮੌਲਾ ਪਾਕ ਅੱਲਾਹੇ ਖੁਦਾਏ। ਜੋ ਮੌਲਾ ਪਾਕ ਪਵਿੱਤਰ ਹੈ, ਅੱਲਾ ਖੁਦਾ ਦਾ ਨੂਰ ਹੈ। ਕਰ ਦੀਦਾਰ ਅਦਿਕ ਸੁਖ ਪਾਏ। ਉਹ ਤੁਹਾਡਾ ਰੂਪ ਹੈ ਮਹਾਰਾਜ, ਤੁਸੀਂ ਮੌਲਾ ਹੋ, ਪਾਕ ਅੱਲਾਹ ਹੋ, ਤੇ ਤੁਹਾਡਾ ਦੀਦਾਰ ਕਰਕੇ, ਤੁਹਾਡੇ ਦਰਸ਼ਨ ਕਰਕੇ ਅੱਜ ਮੈਂ ਵੀ ਰਾਜੀ ਹੋ ਗਿਆ, ਪਾਕ ਹੋ ਗਿਆ। ਮਹਾਰਾਜ ਤੁਸੀਂ ਪਾਕੰ ਪਾਕ ਹੋ, ਪਵਿੱਤਰ ਹੋ, ਤੇ ਤੁਹਾਡੇ ਦਰਸ਼ਨ ਕਰਕੇ ਅੱਜ ਮੈਂ ਵੀ ਪਾਕ ਹੋ ਗਿਆ। ਚਿਰੰਕਾਲ ਕੋ ਚਾਹਤ ਰਹਿਓ। ਬੜੇ ਲੰਮੇ ਸਮੇਂ ਤੋਂ ਮੇਰੇ ਮਨ 'ਚ ਚਾਹਨਾ ਸੀ, ਇੱਛਾ ਸੀ। ਸੁੰਦਰ ਰੂਪ ਆਜ ਮੈਂ ਲਹਿਓ। ਅੱਜ ਮੈਨੂੰ ਆਪ ਜੀ ਦੇ ਸੋਹਣੇ ਸੁੰਦਰ ਸਰੂਪ ਦੇ ਦਰਸ਼ਨ ਹੋ ਗਏ ਨੇ ਮਹਾਰਾਜ। ਇੱਛਾ ਬੜੇ ਚਿਰ ਦੀ ਸੀ ਆਪ ਜੀ ਦੇ ਦਰਸ਼ਨਾਂ ਦੀ, ਅੱਜ ਆਪ ਜੀ ਦੀ ਸੋਹਣੀ ਮੂਰਤ ਦੇ, ਸੋਹਣੇ ਸਵਰੂਪ ਦੇ ਮੈਨੂੰ ਦਰਸ਼ਨ ਹੋ ਗਏ ਨੇ ਮਹਾਰਾਜ। ਮੈਂ ਕਿਰਤਾਰਥ ਹੋ ਗਿਆ। ਹੋਏ ਵਿਸਾਲ ਮੋਹੇ ਕਲਿਆਣ। ਮਹਾਰਾਜ ਹੁਣ ਮੇਰੀ ਬੜੀ ਵੱਡੀ ਕਲਿਆਣ ਹੋਈ। ਅੱਜ ਤੋਂ ਬਾਅਦ ਮੈਨੂੰ ਇਹ ਨਿਸ਼ਚਾ ਬਣ ਗਿਆ ਕਿ ਹੁਣ ਮੈਂ ਮੁਕਤ ਹੋ ਜਾਵਾਂਗਾ। ਭਈ ਦੁਖ ਪਾਪਨ ਕੀ ਹਾਨ। ਮੇਰੇ ਜਿਤਨੇ ਦੁੱਖ ਸਨ, ਜਿਤਨੇ ਪਾਪ ਸਨ, ਤੁਹਾਡੇ ਦਰਸ਼ਨ ਕਰਕੇ ਉਹਨਾਂ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਗਿਆ। ਮਹਾਰਾਜ ਤੁਹਾਡੇ ਦੀਦਾਰ ਕਰਕੇ ਦੁੱਖਾਂ ਪਾਪਾਂ ਦਾ ਨਾਸ਼ ਹੋ ਗਿਆ। ਆਪ ਜੀ ਦੇ ਦਰਸ਼ਨ ਹੀ ਐਸੇ ਪਵਿੱਤਰ ਹਨ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੇਰੇ ਦੁੱਖ ਤੇ ਪਾਪ ਨਸ ਗਏ ਹਨ। ਜਬ ਗੁਰ ਹਟੇ ਆਏ ਬੋਡੇਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਦਾਂ ਇਹਨੂੰ ਕਿਰਤਾਰਥ ਕੀਤਾ ਤੇ ਹਟ ਕੇ ਵਾਪਸ ਮਹਾਰਾਜ ਜੀ ਜਦੋਂ ਆਪਣੇ ਡੇਰੇ ਤੇ ਜਿੱਥੇ ਸਤਿਗੁਰਾਂ ਨੇ ਪੜਾਅ ਕੀਤਾ ਸੀ ਆਏ। ਕਰ ਸਲਾਮ ਸੋ ਹਟਿਓ ਪਿਛੇਰੇ। ਇਹ ਜਿਹੜਾ ਪੀਰ ਸੀ ਹੁਸੈਨ ਖਾਂ, ਇਹ ਸਤਿਗੁਰੂ ਜੀ ਨੂੰ ਪ੍ਰਣਾਮ ਕਰਕੇ ਮੱਥਾ ਟੇਕ ਕੇ ਉੱਥੋਂ ਹੀ ਪਿੱਛੇ ਹਟ ਗਿਆ। ਤਬ ਸੇਖਨ ਬੂਝਿਓ ਇਹ ਕੌਣ। ਉਹਨੂੰ ਜਾਂਦਿਆਂ ਵੇਖ ਕੇ ਕਿ ਵੇਖਦਿਆਂ ਇੱਕਦਮ ਅਲੋਪ ਹੋ ਗਿਆ। ਕਲਗੀਧਰ ਜੀ ਨੂੰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਇਹ ਕੌਣ ਸੀ? ਉਜਲ ਰੂਪ ਦਿਖਾਇਓ ਜਾਨ। ਬੜਾ ਉਜਵਲ ਰੂਪ ਸੀ ਇਹਦਾ, ਪ੍ਰਕਾਸ਼ ਸੀ ਮਹਾਰਾਜ। ਸਫੇਦ ਰੰਗ ਦਾ ਦਾੜਾ, ਸਫੇਦ ਰੰਗ ਦਾ ਚੋਲਾ ਬਸਤਰ ਇਹਨੇ ਸਰੀਰ ਤੇ ਧਾਰਨ ਕੀਤੇ ਹੋਏ ਸਨ। ਮਹਾਰਾਜ ਬੜਾ ਉਜਵਲ ਦਿਦਾਰੀ ਸੀ। ਇਹ ਕੌਣ ਸੀ ਜੋ ਉਜਵਲ ਰੂਪ ਹੋ ਕੇ ਪ੍ਰਗਟ ਹੋਇਆ ਹੈ? ਕਰਿਓ ਸਲਾਮ ਆਪ ਕੋ ਜਬੈ। ਔਰ ਆ ਕੇ ਆਪ ਜੀ ਨੂੰ ਇਹਨੇ ਸਲਾਮ ਕੀਤੀ ਜਿਸ ਵਕਤ। ਛਪਿਓ ਬਿਲੋਕਤ ਹਮਰੇ ਤਬੈ। ਤੇ ਸਾਡੇ ਵੇਖਦਿਆਂ ਵੇਖਦਿਆਂ ਇੱਕਦਮ ਛਪ ਗਿਆ, ਅਲੋਪ ਹੋ ਗਿਆ। ਆਇਆ ਵੀ ਇੱਕਦਮ ਹੀ ਸੀ ਤੇ ਮੱਥਾ ਟੇਕ ਕੇ ਇੱਕਦਮ ਹੀ ਸਾਡੇ ਵੇਖਦਿਆਂ ਅਲੋਪ ਹੋ ਗਿਆ। ਇਹ ਕੌਣ ਸੀ ਭਲਾ? ਸਤਿਗੁਰ ਕਹਿਓ ਕਾਲ ਇਨ ਕਾਲੀ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਸਿੱਖੋ ਇਹਨੇ ਆਪਣੇ ਜਨਮ ਦੇ ਵਿੱਚ ਘਾਲਣਾ ਕਾਲੀ ਸੀ, ਵਾਹਿਗੁਰੂ ਦੀ ਖੁਦਾ ਦੀ ਬੰਦਗੀ ਕੀਤੀ ਸੀ। ਕਿਸੂ ਕਰਮ ਫਲ ਭਇਓ ਬਿਸਾਲੀ। ਕਹਿੰਦੇ ਕੋਈ ਕਰਮ ਅੱਗੇ ਆ ਗਿਆ ਜਿਸ ਕਰਕੇ ਇਹਦੀ ਸਾਧਨਾ ਪੂਰਨ ਨਹੀਂ ਹੋ ਸਕੀ, ਪਰ ਇਹਦਾ ਕੋਈ ਚੰਗਾ ਕਰਮ ਸੀ, ਪੁੰਨ ਕਰਮ ਸੀ। ਉਸ ਪੁੰਨ ਕਰਮ ਦੇ ਸਦਕਾ ਇਹਨੂੰ ਅੱਜ ਸਾਡੇ ਨਾਲ ਮੇਲ ਹੋਇਆ, ਸਾਡਾ ਇਹਨੂੰ ਮੇਲ ਪ੍ਰਾਪਤ ਹੋਇਆ। ਹਾਂਜੀ,
ਅਬ ਕੇਤਕ ਦਿਨ ਮਹਿ ਕਲਿਆਣ। ਪਾਤਸ਼ਾਹ ਕਹਿੰਦੇ ਬਸ ਹੁਣ ਕੁਝ ਦਿਨਾਂ ਤੱਕ ਇਹਦੀ ਕਲਿਆਣ ਹੋ ਜਾਵੇਗੀ, ਕੁਝ ਦਿਨਾਂ ਤੱਕ ਇਹਦੀ ਜਿਹੜੀ ਅਵਧੀ ਹੈ ਉਹ ਪੂਰਨ ਹੋ ਜਾਵੇਗੀ, ਇਹ ਕਲਿਆਣ ਨੂੰ ਮੋਕਸ਼ ਨੂੰ ਪ੍ਰਾਪਤ ਹੋ ਜਾਵੇਗਾ। ਜਾਏ ਪਿਸਤ ਸੁਖ ਪਾਏ ਮਹਾਨ। ਔਰ ਪਿਸਤ ਨੂੰ ਬਹਿਸ਼ਤ ਨੂੰ ਚਲਾ ਜਾਏਗਾ ਔਰ ਮਹਾਨ ਸੁਖ ਪ੍ਰਾਪਤ ਕਰੇਗਾ। ਤਬ ਗ੍ਰਾਮਨ ਕੇ ਨਰ ਗਨ ਆਏ। ਇਹਨੇ ਨੂੰ ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਲੋਕ ਸਨ ਉਹ ਵੀ ਚੱਲ ਕੇ ਆਏ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ। ਬਹਿਬਲ ਨਗਰ ਦੇ ਇਸੇ ਤਰ੍ਹਾਂ ਸਿਉਰਾਮੀ ਨਗਰ ਹੈ, ਉਥੋਂ ਹੋਰ ਨੇੜੇ ਤੇੜੇ ਜਿਹੜੇ ਨਗਰ ਨੇ ਸਭ ਆਏ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਕੁਛ ਰਸਤ ਕ੍ਰਿਤ ਆਦਿਕ ਲਿਆਏ। ਮਹਾਰਾਜ ਜੀ ਦੇ ਲੰਗਰਾਂ ਵਾਸਤੇ ਕੁਝ ਰਸਤਾਂ, ਘਿਓ, ਇਹ ਵਸਤੂਆਂ ਲੈ ਕੇ ਆਏ। ਬੰਧਨ ਕਰ ਗੁਰ ਕੇ ਡਿਗ ਬੈਸੇ। ਬਹਿਬਲ ਨਗਰ ਦੇ ਲੋਕ ਜਿਹੜੇ ਸਨ ਤੇ ਸਿਉਰਾਮੀ ਨਗਰ ਦੇ ਥੋੜੀ ਬਹੁਤੀ ਰਸਤ ਲੈ ਕੇ ਆਏ ਲੰਗਰ ਪ੍ਰਸ਼ਾਦੇ ਵਾਸਤੇ। ਸਤਿਗੁਰਾਂ ਨੂੰ ਭੇਟ ਕਰਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਇਹਨਾਂ ਨੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕਿਆ। ਬੰਦਨਾ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਬੈਠ ਗਏ। ਕਰ ਕੋ ਜੋਰ ਪਨੇ ਬਚ ਐਸੇ। ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਬੇਨਤੀ ਕਰਕੇ ਕਹਿਣ ਲੱਗੇ, ਕੇਤਿਕ ਦੇਗ ਸਮੀਪ ਕਰਾਵੋ। ਮਹਾਰਾਜ ਜੀ ਇਹ ਥੋੜੀ ਬਹੁਤ ਰਸਤ ਬਸਤ ਅਸੀਂ ਲਿਆਏ ਹਾਂ, ਬਹਿਬਲ ਨਗਰ ਤੋਂ ਆਏ ਹਾਂ, ਸਿਉਰਾਮੀ ਤੋਂ ਆਏ ਹਾਂ। ਮਹਾਰਾਜ ਜੀ ਕੁਝ ਕੁ ਰਸਤ ਬਸਤ ਆਪ ਜੀ ਇੱਥੇ ਆਪਣੇ ਕੋਲ ਲੰਗਰ ਪ੍ਰਸ਼ਾਦਾ ਤਿਆਰ ਕਰ ਲਵੋ। ਕੇਤਿਕ ਸਿੱਖਨ ਸਦਨ ਪਠਾਵੋ। ਮਹਾਰਾਜ ਜੀ ਕੁਝ ਕੁ ਸਿੱਖ ਇੱਥੇ ਤੁਹਾਡੇ ਕੋਲ ਛਕ ਲੈਣਗੇ ਲੰਗਰ, ਜਿਨ੍ਹਾਂ ਦਾ ਵਿਵੇਕ ਦਾ ਪਹਿਰਾ ਹੈ। ਤੇ ਬਾਕੀ ਜਿਹੜੇ ਸਿੱਖ ਨੇ ਮਹਾਰਾਜ ਜੀ ਉਹਨਾਂ ਨੂੰ ਸਾਡੇ ਨਾਲ ਸਾਡੇ ਨਗਰ 'ਚ ਘਰਾਂ 'ਚ ਭੇਜ ਦਿਓ। ਇੱਕ ਇੱਕ ਦੋ ਦੋ ਸਿੰਘ ਵੰਡ ਕੇ ਅਸੀਂ ਆਪਣੇ ਘਰਾਂ 'ਚ ਲੈ ਜਾਂਦੇ ਆ ਔਰ ਉਹਨਾਂ ਸਾਰਿਆਂ ਨੂੰ ਅਸੀਂ ਭੋਜਨ ਛਕਾਵਾਂਗੇ। ਤੇ ਜਿਹੜੇ ਮਹਾਰਾਜ ਜੀ ਬਾਹਰ ਦਾ ਖੁੱਲਾ ਨਹੀਂ ਛਕਦੇ, ਵਿਵੇਕੀ ਸਿੰਘ ਨੇ, ਵਿਵੇਕ ਦਾ ਪਹਿਰਾ ਹੁੰਦਾ। ਦਲਾਂ ਪੰਥਾਂ ਦੇ ਵਿੱਚ ਵੀ, ਜਥੇਬੰਦੀਆਂ ਦੇ ਵਿੱਚ ਜਿਹੜੀਆਂ ਪੁਰਾਤਨ ਸੰਪਰਦਾਵਾਂ ਨੇ, ਉੱਥੇ ਵਿਵੇਕ ਦਾ ਲੰਗਰ ਰੱਖਦੇ ਨੇ, ਉਹ ਬਾਹਰ ਖੁੱਲਾ ਨਹੀਂ ਛਕਦੇ। ਵਿਵੇਕ ਦਾ ਸਰਬਲੋਹ ਦੇ ਬਾਟਿਆਂ ਵਿੱਚ ਬਰਤਨਾਂ 'ਚ ਤਿਆਰ ਹੋਇਆ ਭੋਜਨ, ਜਿਹੜਾ ਅੰਮ੍ਰਿਤਧਾਰੀ ਸਿੰਘ ਤਿਆਰ ਬਰ ਤਿਆਰ ਹੋ ਕੇ ਬੜੇ ਪਹਿਰੇ ਵਿੱਚ ਬਾਣੀ ਪੜ੍ਹਦਿਆਂ ਤਿਆਰ ਕਰਨ, ਉਹ ਵਿਵੇਕ ਦਾ ਲੰਗਰ ਹੁੰਦਾ। ਤੇ ਖੁੱਲੇ ਪਹਿਰੇ ਵਾਲੇ ਉਹ ਖੁੱਲਾ ਵੀ ਛਕ ਲੈਂਦੇ। ਫੌਜਾਂ ਤਾਂ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਨੇ। ਤੋ ਮਹਾਰਾਜ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਜਿਹੜੇ ਵਿਵੇਕ ਵਾਲੇ ਸਿੰਘ ਨੇ ਉਹਨਾਂ ਲਈ ਅਸੀਂ ਰਸਤ ਬਸਤ ਲੈ ਆਏ ਆ, ਉਹ ਇੱਥੇ ਤੁਹਾਡਾ ਲੰਗਰ ਪੱਕ ਜਾਏਗਾ, ਸੱਜ ਜਾਏਗਾ। ਬਾਕੀ ਜਿਹੜੇ ਖੁੱਲੇ ਪਹਿਰੇ ਵਾਲੇ ਸਿੰਘ ਨੇ ਬਾਹਰ ਸੰਗਤ ਦੇ ਘਰਾਂ 'ਚ ਛਕ ਲੈਂਦੇ ਨੇ, ਉਹਨਾਂ ਨੂੰ ਮਹਾਰਾਜ ਜੀ ਸਾਡੇ ਨਾਲ ਭੇਜ ਦਿਓ, ਅਸੀਂ ਘਰ 'ਚ ਲਿਜਾ ਕੇ ਪਿਆਰ ਨਾਲ ਉਹਨਾਂ ਨੂੰ ਭੋਜਨ ਛਕਾਈਏ। ਘਰ ਘਰ ਮਹਿ ਇੱਕ ਇੱਕ ਸਿੱਖ ਜਾਏ। ਹਰ ਘਰ ਵਿੱਚ ਇੱਕ ਇੱਕ ਸਿੱਖ ਭੇਜ ਦਿਓ। ਤ੍ਰਿਪਤੈ ਕਰ ਭੋਜਨ ਪੁਨ ਆਏ। ਤੇ ਉਹ ਭੋਜਨ ਛਕ ਕੇ ਤ੍ਰਿਪਤ ਹੋ ਕੇ ਮੁੜ ਕੇ ਫਿਰ ਆਪ ਜੀ ਦੇ ਚਰਨਾਂ ਵਿੱਚ ਆ ਜਾਣਗੇ। ਜੇ ਸਿੱਖ ਸੋਚ ਸੋ ਕਰੈ ਆਹਾਰਾ। ਤੇ ਜਿਹੜੇ ਸਿੰਘ ਮਹਾਰਾਜ ਜੀ ਵਿਵੇਕ ਰੱਖਦੇ ਨੇ, ਸੋਚ ਨਾਲ ਭੋਜਨ ਛਕਦੇ ਹਨ, ਸੋ ਨਹਿ ਗਮਨੇ ਕਿਸੂ ਅਗਾਰਾ। ਮਹਾਰਾਜ ਜੀ ਉਹ ਤਾਂ ਜਾਂਦੇ ਨਹੀਂ ਕਿਤੇ, ਪਰ ਜਿਹੜੇ ਖੁੱਲੇ ਪਹਿਰੇ ਵਾਲੇ ਸਿੰਘ ਨੇ ਮਹਾਰਾਜ ਉਹ ਆ ਜਾਣ। ਤੋ ਕਲਗੀਧਰ ਜੀ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕੀਤੀ। ਜਿਹੜੇ ਤੇ ਸੋਚ ਨਾਲ ਵਿਵੇਕ ਦਾ ਲੰਗਰ ਛਕਣ ਵਾਲੇ ਸਿੰਘ ਸਨ, ਉਹ ਮਹਾਰਾਜ ਜੀ ਦੇ ਕੋਲ ਰਹੇ, ਉਹ ਕਿਸੇ ਦੇ ਘਰ ਨਹੀਂ ਸਨ ਜਾਂਦੇ ਭੋਜਨ ਛਕਣ। ਨਿਕਟ ਗੁਰੂ ਕੇ ਸੋ ਤ੍ਰਿਪਤਾਏ। ਉਹਨਾਂ ਲਈ ਲੰਗਰ ਗੁਰੂ ਪਾਤਸ਼ਾਹ ਕੋਲ ਤਿਆਰ ਹੋ ਗਿਆ। ਸਤਿਗੁਰਾਂ ਦੇ ਕੋਲ ਰਹਿ ਕੇ ਉਹਨਾਂ ਨੇ ਭੋਜਨ ਛਕਿਆ ਤੇ ਤ੍ਰਿਪਤ ਹੋ ਗਏ। ਅਪਰ ਸਰਬ ਘਰ ਤਿਨਹੂ ਸਿਧਾਏ। ਤੇ ਜਿਹੜੇ ਬਾਹਰ ਛਕ ਲੈਂਦੇ ਸਨ, ਉਹਨਾਂ ਸਾਰੇ ਸਿੱਖਾਂ ਨੂੰ, ਸਿੱਖ ਜਿਹੜੇ ਸੰਗਤ ਸੀ ਨਗਰ ਦੀ, ਬਹਿਬਲ ਪਿੰਡ ਦੇ, ਉਹ ਆਪਣੇ ਘਰਾਂ 'ਚ ਲੈ ਗਏ। ਕੱਲਾ ਕੱਲਾ ਸਿੱਖ, ਇੱਕ ਇੱਕ ਸਿੱਖ ਦੇ ਘਰ ਜਿਹੜੇ ਪਰਿਵਾਰ ਸਨ, ਉਹ ਆਪੋ ਆਪਣੇ ਘਰਾਂ ਵਿੱਚ ਲੈ ਗਏ। ਇੱਕ ਇੱਕ ਸਿੱਖ
ਇੱਕ ਇੱਕ ਕਰ ਗਇਓ। ਇੱਕ ਇੱਕ ਸਿੱਖ ਇੱਕ ਇੱਕ ਘਰ ਦੇ ਵਿੱਚ ਗਿਆ। ਜਾਏ ਸਕਲ ਭੋਜਨ ਤਹਿ ਕਯੋ। ਉਹਨਾਂ ਸਾਰਿਆਂ ਨੂੰ ਛਕਣ ਵਾਸਤੇ ਭੋਜਨ ਪ੍ਰਾਪਤ ਹੋਇਆ। ਸਭ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਲੰਗਰ ਛਕਾਇਆ। ਜੋ ਜੋ ਕਿਸੇ ਦੇ ਘਰ ਵਿੱਚ ਬਣਿਆ ਸੀ ਇੱਕ ਇੱਕ ਸਿੱਖ ਨੂੰ ਛਕਾਣਾ ਔਖਾ ਨਹੀਂ ਸੀ, ਕਿਉਂਕਿ ਪਿਛਲਾ ਪਹਿਰ ਦਾ ਸਮਾਂ ਆ ਗਿਆ ਸੀ। ਤੋ ਜ਼ਰੂਰਤ ਸੀ ਕਿ ਇਕੱਠਾ ਲੰਗਰ ਤਿਆਰ ਕਰਨਾ ਵੀ ਔਖਾ ਸੀ ਤੇ ਇਕੱਲੇ 2-4 ਸਿੱਖਾਂ ਦੇ ਘਰ ਵੀ ਬਣਾਉਣਾ ਔਖਾ ਸੀ ਤੇ ਇੱਕ ਇੱਕ ਸਿੱਖ ਦਾ ਭਾਰ ਨਹੀਂ ਪੈਂਦਾ, ਨਾਲੇ ਸਾਰਿਆਂ ਵਿੱਚ ਸੇਵਾ ਵੰਡੀ ਜਾਂਦੀ ਹੈ ਤੇ ਨਾਲੇ ਉਹਨਾਂ ਦੀ ਭਾਵਨਾ ਵੀ ਸੀ ਵੀ ਸਾਡੇ ਘਰ ਆ ਕੇ ਸਿੱਖ ਭੋਜਨ ਛਕਣ। ਤੋ ਇੱਕ ਇੱਕ ਸਿੱਖ ਨੂੰ ਆਪੋ ਆਪਣੇ ਘਰਾਂ 'ਚ ਲਿਜਾ ਕੇ ਸਭ ਨੇ ਭਾਵਨਾ ਸਹਿਤ ਜੋ ਜਥਾ ਸ਼ਕਤ ਤਿਨਾਂ ਦੇ ਘਰ ਵਿੱਚ ਬਣਿਆ ਸੀ ਉਹ ਭੋਜਨ ਛਕਾਇਆ। ਇੱਕ ਧਨ ਤੇ ਦਾਰਿਦਰੀ ਮਹਾ। ਇਸੇ ਨਗਰ ਦੇ ਵਿੱਚ ਇੱਕ ਗਰੀਬ ਸਿੱਖ ਵੀ ਸੀ। ਘਰ ਦੇ ਵਿੱਚ ਬਹੁਤ ਔਖਿਆਈ ਸੀ। ਉਹਦੇ ਘਰ ਤਾਂ ਕਦੇ 2-4 ਦਿਨਾਂ ਬਾਅਦ ਚੁੱਲ੍ਹਾ ਪੱਕਦਾ ਸੀ, ਤਪਦਾ ਸੀ। ਗਰੀਬੀ ਸੀ ਘਰ ਦੇ ਵਿੱਚ। ਕਰਨ ਆਹਾਰ ਸੋ ਪਇਐ ਕਹਾਂ। ਹੁਣ ਉਹ ਇੰਨਾ ਗਰੀਬ ਸੀ ਕਿ ਉਹ ਹੁਣ ਆਪਣੇ ਵਾਸਤੇ ਉਹਨੂੰ ਲਾਲੇ ਸੀ ਪ੍ਰਸ਼ਾਦੇ ਦੇ, ਤੇ ਸਿੱਖ ਨੂੰ ਬੁਲਾ ਕੇ ਘਰ ਕੀ ਛਕਾਉਂਦਾ। ਬਾਕੀ ਸਾਰੇ ਪਿੰਡ ਵਾਲੇ ਲਿਜਾਈ ਜਾਣ ਵੀ ਮਹਾਰਾਜ ਸਾਡੇ ਨਾਲ ਸਿੱਖ ਭੇਜੋ, ਉਹ ਚੁੱਪਚਾਪ ਖਲੋਤਾ ਰਿਹਾ ਵੀ ਮੈਂ ਤਾਂ ਆਪ ਘਰ 'ਚ ਰੋਟੀ ਨਹੀਂ ਪੱਕਦੀ ਤੇ ਸਿੱਖ ਨੂੰ ਲਿਜਾ ਕੇ ਕਿਵੇਂ ਛਕਾਵਾਂ। ਉਹ ਏਦਾਂ ਗਰੀਬੜਾ ਸਿੱਖ ਸੀ, ਹੱਥ ਜੋੜ ਕੇ ਖਲੋਤਾ ਰਿਹਾ। ਕਹਿਓ ਸ਼ਰੀਕਨ ਜਿਤ ਕਿਤ ਲਿਆਵੋ। ਲਾਗੇ ਜਿਹੜੇ ਸ਼ਰੀਕ ਸੀ, ਸ਼ਰੀਕਾਂ ਦਾ ਕੰਮ ਹੁੰਦਾ ਮਖੌਲ ਉਡਾਉਣਾ, ਤਮਾਸ਼ਾ ਵੇਖਣਾ। ਉਹ ਕਹਿੰਦੇ ਨਾ ਵੀ ਨਾ, ਅੱਜ ਨਹੀਂ ਤੇਰਾ ਬਹਾਨਾ ਸੁਣਨਾ, ਜਿੱਥੋਂ ਮਰਜ਼ੀ ਲਿਆ। ਇੱਕ ਸਿੱਖ ਨੂੰ ਤੂੰ ਵੀ ਲੈ ਕੇ ਜਾ ਕਰ, ਤੂੰ ਵੀ ਭੋਜਨ ਛਕਾ, ਅਸੀਂ ਵੀ ਛਕਾ ਰਹੇ ਹਾਂ ਤੇ ਤੂੰ ਵੀ ਛਕਾ, ਜਿੱਥੋਂ ਮਰਜ਼ੀ ਲੈ ਕੇ ਆ। ਇੱਕ ਸਿੱਖ ਕੋ ਲੈ ਤ੍ਰਿਪਤਾਵੋ। ਇੱਕ ਸਿੱਖ ਨੂੰ ਤਾਂ ਤੂੰ ਘਰ ਲੈ ਕੇ ਜਾ ਤੇ ਉਹਨੂੰ ਭੋਜਨ ਛਕਾ ਕੇ ਤ੍ਰਿਪਤ ਕਰ। ਸੋ ਸਿੱਖ ਲੈ ਸਿੱਖ ਕੋ ਕਰ ਗਇਓ। ਉਹਨੇ ਅੱਗੋਂ 7 ਬਚਨ ਕਿਹਾ, ਕਿਵੇਂ ਨਾ ਕਰਦਾ। ਉਹ ਵੀ ਇੱਕ ਸਿੱਖ ਨੂੰ, ਇਸ ਸਿੱਖ ਦਾ ਨਾਮ ਸੀ ਭਾਈ ਮਲਾਗਰ ਸਿੰਘ। ਭਾਈ ਮਲਾਗਰ ਸਿੰਘ ਨੂੰ ਉਹ ਸਿੱਖ, ਗਰੀਬ ਸਿੱਖ ਜਿਹੜਾ ਸੀ, ਆਪਣੇ ਨਾਲ ਘਰ ਲੈ ਕੇ ਗਿਆ। ਨਿਜ ਬਾਸਨ ਕਰ ਕਰ ਥਿਰ ਭਇਓ। ਔਰ ਆਪਣੇ ਘਰ ਲਿਜਾ ਕੇ ਕੋਈ ਪੁਰਾਣਾ ਜਾਂ ਫਟਿਆ ਜਾਂ ਕੰਬਲ ਉਹ ਵਿਛਾਇਆ ਥੱਲੇ, ਉਹਦੇ ਤੇ ਸਤਿਕਾਰ ਨਾਲ ਬਿਠਾ ਕੇ ਘਰ ਵਿੱਚ ਜੋ ਬਰਤਨ ਸੀ ਉਪਰ ਤੇ ਉਤਾਰ ਨਿਜ ਖੇਸ। ਕਹਿੰਦੇ ਇੱਕ ਖੇਸ ਉੱਤੋਂ ਦੀ ਲਾ ਕੇ ਤਰੇ ਵਿਛਾਇਓ ਪਾਓ ਵਿਸ਼ੇਸ਼। ਬੜੇ ਪ੍ਰੇਮ ਨਾਲ ਉਹਨੇ ਥੱਲੇ ਜ਼ਮੀਨ ਤੇ ਵਿਛਾਇਆ। ਖੇਸ ਵੀ ਕਹਿੰਦੇ ਆਪਣੇ ਮੋਢੇ ਉੱਤੇ ਲਿਆ ਹੋਇਆ ਸੀ ਉਹਨੇ, ਉਹ ਖੇਸ ਲਾ ਕੇ ਥੱਲੇ ਵਿਛਾਇਆ ਵੀ ਸਿੱਖ ਨੂੰ ਬਿਠਾਉਣਾ ਹੈ। ਬੈਠ ਸਿੱਖ ਕੇ ਚਰਨ ਪਖਾਰੇ। ਪਹਿਲਾਂ ਭਾਂਡਾ ਲਿਆਂਦਾ ਘਰੋਂ, ਜਲ ਲਿਆਂਦਾ, ਸਿੱਖ ਨੂੰ ਬਿਠਾ ਕੇ ਬੜੇ ਸਤਿਕਾਰ ਨਾਲ ਉਹਦੇ ਜਲ ਨਾਲ ਚਰਨ ਧੋਏ। ਇਹ ਸੇਵਾ ਕਰਨ ਵਾਸਤੇ ਤਾਂ ਨਹੀਂ ਨਾ ਧਨ ਵਰਤਣਾ ਪੈਂਦਾ, ਇਹਦੇ ਲਈ ਤਾਂ ਭਾਵਨਾ ਚਾਹੀਦੀ ਹੈ ਤੇ ਜਿੱਥੇ ਭਾਵਨਾ ਹੈ ਉੱਥੇ ਸਭ ਕੁਝ ਹੈ। ਜਿੱਥੇ ਭਾਵਨਾ ਨਹੀਂ ਉੱਥੇ ਭਾਵੇਂ 36 ਪ੍ਰਕਾਰ ਦੇ ਭੋਜਨ ਪਏ ਹੋਣ, ਕੱਖ ਨਹੀਂ ਹੈ, ਕੁਝ ਨਹੀਂ ਹੈ। ਸਾਹਿਬ ਜੀ ਦੇ ਬਚਨ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰਦੇਵ ਦੇ ਬਚਨ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਕਿਸੇ ਸਤਪੁਰਸ਼ ਦਾ ਭਜਨ ਕਰਨ ਵਾਲੇ ਦੇ ਘਰ ਦਾ ਰੁੱਖਾ ਸੁੱਖਾ ਵੀ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ। ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਸਾਕਤ ਬੰਦੇ ਦੇ ਘਰ 'ਚ ਬਣੇ 36 ਪ੍ਰਕਾਰ ਦੇ ਭੋਜਨ ਵੀ ਜ਼ਹਿਰ ਦੇ ਸਮਾਨ ਨੇ। ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰੇ ਪਾਉ ਰੇਸ਼ਮੀ,
ਪਹਿਰਤ ਪਤ ਖੋਈ। ਕਿਸੇ ਮਹਾਂਪੁਰਸ਼ ਦਾ, ਕਿਸੇ ਸਤਪੁਰਸ਼ ਦੇ ਘਰ ਦਾ ਫਟਿਆ ਪੁਰਾਣਾ ਲੂਗਰਾ ਦਾ ਮਤਲਬ ਹੁੰਦਾ ਭੂਰਾ। ਜਿਵੇਂ ਖੇਸ, ਆਪਾਂ ਖੇਸ ਕਹਿ ਦਿੰਦੇ, ਇਧਰ ਮਾਲਵੇ ਵਿੱਚ ਭੂਰਾ ਕਹਿੰਦੇ ਆ। ਕਹਿੰਦੇ ਉਹ ਲੈ ਲਓ ਉੱਤੇ, ਉਹ ਦੇ ਦੇਵੇ। ਭਗਤ ਜਨਾਂ ਕਾ ਲੂਗਰਾ, ਫਟਿਆ ਪੁਰਾਣਾ ਕੋਈ ਪੁਰਾਣਾ ਭੂਰਾ ਹੋਵੇ, ਉਹ ਲੈ ਲਵੋ ਉੱਤੇ, ਉਹ ਦੇ ਦੇਵੇ। ਤਾਂ ਕਹਿੰਦੇ ਦੋਹਾਂ ਜਹਾਨਾਂ 'ਚ ਪਰਦੇ ਕੱਜੇ ਜਾਂਦੇ ਨੇ ਉਹਦੇ ਨਾਲ। ਓੜ ਨਗਨ ਨਾ ਹੋਈ ਤੇ ਸਾਕਤ ਸਿਰੇ ਪਾਉ ਰੇਸ਼ਮੀ, ਪਹਿਰਤ ਪਤ ਖੋਈ। ਤੇ ਕਿਸੇ ਸਾਕਤ ਤੇ ਦੁਰਜਨ ਬੰਦੇ ਦੇ ਘਰ ਦਾ ਰੇਸ਼ਮ ਦਾ ਬਣਿਆ ਹੋਇਆ ਕੱਪੜਾ ਸਿਰੇ ਪਾਉ ਵਜੋਂ ਆਵੇ, ਉਹਨੂੰ ਪਹਿਨ ਕੇ ਦੋਹਾਂ ਜਹਾਨਾਂ ਵਿੱਚ ਜਿੱਤ ਚਲੀ ਜਾਂਦੀ ਹੈ। ਇਸ ਭਾਈ ਮੋਬਾਈਲ ਬੰਦ ਰੱਖਿਆ ਕਰੋ ਜਿਨ੍ਹਾਂ ਦੇ ਵੀ ਐਣ। ਗੁਰੂ ਸਾਹਿਬ ਸਤਿਬੁੱਧੀ ਪ੍ਰਦਾਨ ਕਰਨ ਜਿਨ੍ਹਾਂ ਜਿਨ੍ਹਾਂ ਕੋਲ ਵੀ ਮੋਬਾਈਲ ਐਣ। ਕਥਾ ਦਾ ਰਸ ਬਣਿਆ ਸਾਰਾ, ਵਿੱਚ ਰਸ ਭੰਗ ਹੋ ਜਾਂਦਾ, ਸੁਣਨ ਵਾਲਿਆਂ ਦਾ ਵੀ ਤੇ ਕਰਨ ਵਾਲਿਆਂ ਦਾ ਵੀ। ਪਾਪ ਕੱਟਿਆ ਕਿ ਪੁੰਨ ਖੱਟਿਆ, ਹੁਣ ਆਪੇ ਸਮਝ ਲਿਓ। ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੇ ਸਿੱਖ ਭਾਈ ਮਲਾਗਰ ਸਿੰਘ ਜੀ, ਜੋ ਉਸ ਗਰੀਬ ਸਿੱਖ ਦੇ ਕੋਲ ਫਟਿਆ ਜਾਂ ਪੁਰਾਣਾ ਖੇਸ ਉਹ ਥੱਲੇ ਵਿਛਾ ਦਿੱਤਾ, ਜਲ ਲਿਆਇਆ ਤੇ ਜਲ ਨਾਲ ਉਸ ਸਿੱਖ ਦੇ ਭਾਈ ਮਲਾਗਰ ਸਿੰਘ ਦੇ ਚਰਨ ਧੋਏ। ਆਨੇ ਪੀਲੂ ਸ਼ੁਸ਼ਕ ਆਹਾਰੇ, ਘਰ ਵਿੱਚ ਸੁੱਕੇ ਪੀਲੂ ਪਏ ਸਨ, ਸੁੱਕੇ ਹੋਏ। ਹਾਂਜੀ। ਨੀਰ ਪਿਗੋਏ ਨਰਮ ਬਹੁ ਕਰੇ, ਉਹ ਪਾਣੀ 'ਚ ਭੇ ਕੇ ਨਾ ਉਹਨੇ ਗਰਮ ਜੇ ਕਰਕੇ ਉਹ ਨਰਮ ਕੀਤੇ। ਉਦਾਂ ਸੁੱਕੇ ਖਾਦੇ ਨਹੀਂ ਜਾਂਦੇ, ਸੁਕਾਏ ਹੋਏ ਸੀ। ਉਹ ਪਾਣੀ 'ਚ ਭੇ ਕੇ ਸਿੱਖ ਨੇ ਗਰਮ ਕੀਤੇ, ਨਰਮ ਕੀਤੇ। ਸਿੱਖ ਨੇ ਸਿੱਖ ਕੇ ਆਗੇ ਧਰੇ, ਉਸ ਗਰੀਬ ਸਿੱਖ ਨੇ ਇਸ ਸਿੱਖ ਦੇ ਘਰ ਜਿਹੜਾ ਭੋਜਨ ਛਕਣ ਆਇਆ ਉਹਦੇ ਅੱਗੇ ਭਾਈ ਮਲਾਗਰ ਸਿੰਘ ਦੇ ਅੱਗੇ ਰੱਖ ਦਿੱਤੇ। ਖਾਏ ਚੁੱਲਾ ਪੜ ਕਰ ਅਰਦਾਸ, ਕਹਿੰਦੇ ਸਿੱਖ ਨੇ ਉਹ ਜਦੋਂ ਪੀਲੂ ਰੱਖੇ ਨਾ ਅੱਗੇ ਉਹਨੇ ਪੜਿਆ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਲ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸੇ ਖਾਏ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਉਹ ਛਕੇ, ਛਕਣ ਤੋਂ ਬਾਅਦ ਚੂੜਾ ਕੀਤਾ, ਚੂੜਾ ਪੜਿਆ। ਚੂੜਾ ਪੜਨ ਦਾ ਮਤਲਬ ਹੁੰਦਾ ਵੀ ਹੱਥ ਧੋ ਕੇ ਬਾਅਦ ਵਿੱਚ ਪੜਨਾ। ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨਹਾਰ ਦਤਾਰ ਮੈਂ ਨਿਤ ਚਿਤਾਰਿਆ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨ ਆਵਈ ਅਗਨਤ ਭਰੇ ਭੰਡਾਰ, ਸਤੀ ਦੇ ਸੰਤੋਖੀ ਖਾਏ। ਏਦਾਂ ਉਸ ਸਿੱਖ ਨੇ ਬਾਅਦ ਵਿੱਚ ਅਰਦਾਸ ਕੀਤੀ। ਚੱਲ ਆਇਓ ਸਤ ਗੁਰ ਕੇ ਪਾਸ, ਜੋ ਛਕਾਇਆ ਛਕ ਕੇ ਸਤ ਵਚਨ ਕਹਿ ਕੇ, ਉਹਨੇ ਨਹੀਂ ਆਖਿਆ ਵੀ ਕੁਝ ਹੋਰ ਲਿਆ, ਜਿੰਨਾ ਰੱਖਿਆ ਸੀ ਛਕ ਲਿਆ। ਇਹ ਨਹੀਂ ਆਖਿਆ ਵੀ ਇਹਦੇ 'ਚ ਸਵਾਦ ਹੈ ਕਿ ਨਹੀਂ ਹੈ, ਇਹ ਮਰਿਆਦਾ ਹੈ। ਜਦੋਂ ਸਿੰਘਾਂ ਨੂੰ ਘਰਾਂ ਵਿੱਚ ਅਸੀਂ ਭੋਜਨ ਛਕਣ ਵਾਸਤੇ ਬੁਲਾਉਂਦੇ ਹਾਂ, ਤੇ ਜਿਹੜੇ ਮਰਿਆਦਾ ਜਾਣਨ ਵਾਲੇ ਗੁਰਸਿੱਖ ਹਨ, ਜੇ ਕਿਤੇ ਸਬਜ਼ੀ ਭਾਜੀ ਵਿੱਚ ਲੂਣ ਮਿਰਚ ਕਿਤੇ ਘੱਟ ਹੋਵੇ ਤਾਂ ਕਹਿੰਦੇ ਨੇ ਵੀ ਲਿਆਓ ਜੀ ਲੂਣ ਘੱਟ ਹੈ ਜਾਂ ਮਿਰਚ ਘੱਟ ਹੈ। ਜਿਹੜਾ ਤਾਂ ਸਵਾਦੀ ਹੁੰਦਾ, ਸਵਾਦ ਲੈਣ ਵਾਲਾ, ਉਹ ਕਹਿੰਦਾ ਵੀ ਲੈ ਆਓ। ਤੇ ਜਿਹਨੂੰ ਪਤਾ ਵੀ ਇਹ ਮਰਿਆਦਾ ਨਹੀਂ ਹੈ, ਵੀ ਜੋ ਹਾਜ਼ਰ ਕਰ ਦਿੱਤਾ ਛਕ ਲਓ, ਉਹ ਫਿਰ ਨਹੀਂ ਕਹਿੰਦਾ ਵੀ ਹਾਂ ਜੀ ਲੂਣ ਲੈ ਆਓ ਜੀ ਮਿਰਚ ਲੈ ਆਓ। ਤੋ ਇਹ ਵੀ ਮਰਿਆਦਾ ਹੈ। ਜੋ ਸੀਗਾ ਇਹਨੇ ਛਕ ਲਿਆ, ਛਕ ਕੇ ਹੱਥ ਜੋੜ ਕੇ ਸਿੱਖ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ, ਮਹਾਰਾਜ ਸਿੱਖ ਨੇ ਭਾਵਨਾ ਨਾਲ ਛਕਾਇਆ, ਇਹਦੀ ਚੜ੍ਹਦੀ ਕਲਾ ਕਰਿਓ, ਜਿਹੜੇ ਖਜ਼ਾਨਿਆਂ ਚੋਂ ਆਈਆਂ ਰਸਤਾਂ ਬਸਤਾਂ ਖਜ਼ਾਨੇ ਭਰਪੂਰ ਕਰਿਓ, ਲੋ ਲੰਗਰ ਤਪਦੇ ਰਹਿਣ। ਹਾਲਾਂਕਿ ਸਿੱਖ ਦੇ ਘਰ ਪੱਕਦਾ ਨਹੀਂ ਸੀ ਕੁਝ, ਫਿਰ ਵੀ ਉਹਨੇ ਅਰਦਾਸ ਕੀਤੀ, ਲੋ ਲੰਗਰ ਤਪਦੇ ਰਹਿਣ, ਪੰਥ ਖਾਲਸਾ ਛਕਦਾ ਛਕਾਂਦਾ ਰੇ, ਛਕਦਿਆਂ ਨੂੰ ਛਕਾਂਦਿਆਂ ਨੂੰ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਅਰਦਾਸ ਕਰਕੇ ਉਹ ਸਿੱਖ
ਵਾਪਸ ਮਹਾਰਾਜ ਜੀ ਦੇ ਕੋਲ ਆ ਗਿਆ। ਗਇਓ ਪਹੁੰਚਾਏ ਸੰਗ ਸਿੱਖ ਹੋ, ਉਹ ਨਾਲ ਗਿਆ ਛੱਡਣ ਵਾਸਤੇ ਬੜੇ ਸਤਿਕਾਰ ਨਾਲ। ਸਿੱਖ ਨੇ ਕਰਿਓ ਹਟਾਵਨ ਸੋ। ਉਹ ਕਹਿੰਦਾ ਜੀ ਮੈਂ ਛੱਡ ਕੇ ਆਉਣਾ। ਜਿਹੜਾ ਭਾਈ ਮਲਾਗਰ ਸੀ ਕਹਿੰਦੇ ਨਾ ਭਈ ਤੂੰ ਜਾ, ਕੋਈ ਨਹੀਂ ਮੈਂ ਚਲਾ ਜਾਣਾ। ਉਹ ਅੱਗੇ ਸਤਿਕਾਰ ਨਾਲ ਵਿਦਾ ਕਰਨ ਆ ਰਿਹਾ ਸੀ, ਪਰ ਭਾਈ ਮਲਾਗਰ ਸਿੰਘ ਨੇ ਉਹਨੂੰ ਕਹਿ ਕੇ ਰੋਕ ਕੇ ਵੀ ਤੂੰ ਚਲਾ ਜਾ, ਵੀ ਜੇ ਉੱਥੇ ਜਾਏਗਾ ਸ਼ਰੀਕ ਇਹਦੇ ਨੇ, ਉਹ ਫੇਰ ਆਖਣਗੇ ਵੀ ਕੀ ਛਕਾ ਕੇ ਲਿਆ, ਇਹ ਸਿੱਖ ਦੀ ਬੇਇੱਜ਼ਤੀ ਨਾ ਹੋਵੇ। ਮੈਂ ਜਾ ਕੇ ਕਹਿ ਦਿਆਂਗਾ ਵੀ ਮੈਨੂੰ ਬਹੁਤ ਕੁਝ ਛਕਾਇਆ। ਸਿੱਖ ਦਾ ਪਰਦਾ ਕੱਜਿਆ ਰਹੂਗਾ। ਇਹ ਹੁੰਦੀ ਹੈ ਭਾਵਨਾ। ਸਿੱਖ ਦਾ ਪਰਦਾ ਕੱਜੇ, ਸਿੱਖ ਦਾ ਕਦੇ ਵੀ ਪਰਦਾ ਨਾ ਉਘੇੜੇ ਜਿਹੜਾ ਸਿੱਖ ਹੈ। ਤੇ ਜਿਹਨੇ ਵੇਖਣਾ ਹੀ ਇਹ ਹੈ ਵੀ ਕਿੱਥੇ ਕਮੀ ਹੈ, ਕਿੱਥੇ ਛੇਕ ਹੈ, ਵੀ ਮੈਂ ਇਹਦੀਆਂ ਧੱਜੀਆਂ ਉਡਾ ਕੇ ਰੱਖਦੇ ਆ, ਭੁੱਲ ਜੇ ਵੀ ਇਹ ਵੀ ਉਸੇ ਗੁਰੂ ਦਾ ਸਿੱਖ ਹੈ, ਇਹ ਵੀ ਉਸੇ ਗੁਰੂ ਨੂੰ ਮੱਥਾ ਟੇਕਦਾ ਜਿਹਨੂੰ ਮੈਂ ਟੇਕਦਾ ਹਾਂ। ਉਸ ਸਿੱਖ ਦਾ ਕਦੇ ਭਲਾ ਨਹੀਂ ਹੋਣਾ, ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ। ਭਾਈ ਮਲਾਗਰ ਸਿੰਘ ਨੇ ਆਖਿਆ ਨਾ ਵੀ ਸਿੱਖਾ ਤੂੰ ਜਾ ਹੁਣ ਵਾਪਸ। ਇਹ ਇਕੱਲੇ ਹੀ ਚਲੇ ਗਏ। ਜਬ ਸਭ ਆਏ ਮਿਲੇ ਗੁਰ ਤੀਰ। ਉਧਰ ਬਾਕੀ ਵੀ ਜਿਹੜੇ ਸਿੱਖ ਗਏ ਸੀ ਭੋਜਨ ਛਕਣ, ਉਹ ਵੀ ਸਾਰੇ ਆ ਗਏ ਕਲਗੀਧਰ ਜੀ ਕੋਲ। ਭੋਜਨ ਕੀਨੇ ਗੁਨੀ ਗਹੀਰ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲ ਪਰਸੇ ਪੂਜੇ। ਕਹਾ ਕਹਾਂ ਭੋਜਨ ਤੁਮ ਖਾਇਓ। ਅੱਗੇ ਕਦੇ ਨਹੀਂ ਪੁੱਛਿਆ ਸਤਿਗੁਰਾਂ ਨੇ, ਅੱਜ ਪੁੱਛਦੇ ਹਾਂ ਬਈ ਕੀ ਛਕ ਕੇ ਆਏ ਹੋ। ਸਿੰਘਾਂ ਨੂੰ ਪੁੱਛਦੇ ਕੀ ਛਕ ਕੇ ਆਏ ਹੋ, ਦੱਸੋ ਭਾਈ। ਆਪਨੋ ਦੇਹੋ ਬਤਾਇਓ। ਵਾਰੀ ਦੱਸੋ ਸਾਰੇ ਜਣੇ ਕਿਹੜਾ ਕੀ ਛਕ ਕੇ ਆਇਆ, ਕਿਹਨੇ ਕੀ ਛਕਿਆ ਹੈ। ਕਲਗੀਧਰ ਜੀ ਪੁੱਛਦੇ ਨੇ। ਕੋ ਕਹੈ ਰੋਟ ਕਾ ਛਾਛੀ। ਕੋਈ ਕਹਿਣ ਲੱਗਾ ਜੀ ਅਸੀਂ ਮਿੱਸੇ ਪ੍ਰਸ਼ਾਦੇ ਤੇ ਨਾਲ ਲੱਸੀ ਛਕ ਕੇ ਆਏ ਹਾਂ। ਹਾਂਜੀ। ਕੋ ਬੋਲਿਓ ਖਿਚੜੀ ਦਦ ਆਛੀ। ਕੋਈ ਬੋਲਿਆ ਜੀ ਅਸੀਂ ਖਿਚੜੀ ਤੇ ਦਹੀਂ ਛਕ ਕੇ ਆਏ ਹਾਂ। ਕੋ ਪਾਇਸ ਕੋ ਕਹਿਤ ਹੈ ਪਾਈ। ਕੋਈ ਬੋਲਿਆ ਕਹਿੰਦੇ ਜੀ ਅਸੀਂ ਖੀਰ ਖਾ ਕੇ ਆਏ ਹਾਂ। ਕੋਈ ਬੋਲਿਆ ਜੀ ਅਸੀਂ ਦਹੀਂ ਵੀ ਨਾਲ ਖਾਧੀ ਹੈ, ਦਹੀਂ ਦੇ ਨਾਲ ਪ੍ਰਸ਼ਾਦਾ ਛਕਿਆ। ਜਬ ਕੀ ਦੌੜ ਕਿਨੂੰ ਅਚ ਲਈ। ਕਿਸੇ ਨੇ ਆਖਿਆ ਜੀ ਅਸੀਂ ਤਾਂ ਜੌਆਂ ਦੇ ਆਟੇ ਦੀ ਰੋਟੀ ਖਾ ਕੇ ਆਏ ਹਾਂ ਮਹਾਰਾਜ। ਕਿਸੇ ਨੇ ਆਖਿਆ ਜੀ ਬਾਜਰੇ ਦਾ ਪ੍ਰਸ਼ਾਦਾ ਪੱਕਿਆ ਹੋਇਆ ਉਹ ਛਕ ਕੇ ਆਏ ਆ। ਕਿਸੇ ਆਖੇ ਇਧਰ ਦੇ ਇਲਾਕੇ 'ਚ ਆਮ ਕਰਕੇ ਜਵਾਰ ਬਾਜਰਾ ਹੀ ਹੁੰਦਾ ਸੀ, ਕਹਿੰਦੇ ਜੀ ਜਵਾਰ ਦੀ ਰੋਟੀ ਖਾ ਕੇ ਆਏ ਆ। ਇਤਿਆਦਿਕ ਸਭ ਕੀਨ ਬਤਾਵਨ। ਇਹ ਤਾਂ ਸਾਰਿਆਂ ਨੇ ਬਾਰੋ ਵੇਰੀ ਮਹਾਰਾਜ ਜੀ ਨੂੰ ਦੱਸਿਆ। ਕਰਿਓ ਜਾਏ ਜਸ ਜਸ ਕਰ ਖਾਵਨ। ਜਿਸ ਤਰ੍ਹਾਂ ਦਾ ਭੋਜਨ ਸਿੱਖ ਛਕ ਕੇ ਆਏ ਨੇ ਸਭ ਨੇ ਮਹਾਰਾਜ ਜੀ ਨੂੰ ਦੱਸਿਆ। ਮੈਲਾ ਘਰ ਸਿੰਘ ਬੂਜਨ ਕੀਨਾ। ਸਭ ਤੋਂ ਪਿਛਲੇ ਪਾਸੇ ਮਲਾਗਰ ਸਿੰਘ ਜੀ ਖੜੇ ਨੇ। ਮਹਾਰਾਜ ਜੀ ਨੇ ਭਾਈ ਮਲਾਗਰ ਸਿੰਘ ਨੂੰ ਕੋਲ ਬੁਲਾ ਕੇ ਪੁੱਛਿਆ, ਤੈਂ ਕਿਆ ਅਚਿਓ ਕਹਾਂ ਸਿੱਖ ਦੀਨਾ। ਪੁੱਛਣਾ ਤਾਂ ਕੱਲੇ ਮਲਾਗਰ ਸਿੰਘ ਨੂੰ ਹੀ ਸੀ ਨਾ, ਉਹ ਤਾਂ ਸਾਰਿਆਂ ਨੂੰ ਪੁੱਛਦੇ ਆ ਵੀ ਕੱਲੇ ਨੂੰ ਨਹੀਂ ਪੁੱਛਣਾ, ਸਾਰਿਆਂ ਨੂੰ ਪੁੱਛਦੇ ਆ, ਇਹਨੂੰ ਵੀ ਪੁੱਛਦੇ ਆ। ਭਾਈ ਮਲਾਗਰ ਸਿੰਘ ਜੀ ਨੂੰ ਪੁੱਛਿਆ, ਹਾਂ ਜੀ ਮਲਾਗਰ ਸਿੰਘ ਜੀ ਕੀ ਛਕ ਕੇ ਆਏ ਹੋ। ਸੁਨ ਕਰ ਜੋਰ ਕਹਿਓ ਮੈਂ ਨੀਕਾ। ਸੁਣ ਕੇ ਹੱਥ ਜੋੜ ਕੇ ਕਹਿਣ ਲੱਗੇ ਭਾਈ ਮਲਾਗਰ ਸਿੰਘ ਜੀ ਮਹਾਰਾਜ ਬੜਾ ਨੀਕਾ ਦਾ ਮਤਲਬ ਬਹੁਤ ਵਧੀਆ। ਭੋਜਨ ਛਕਿਓ ਪਾਓ ਪਿਖ ਜੀ ਕਾ। ਮਹਾਰਾਜ ਉਸ ਸਿੱਖ ਦੇ ਘਰ ਦਾ ਭੋਜਨ ਛਕਿਆ, ਬੜਾ ਸੁੰਦਰ ਭੋਜਨ ਸੀ। ਉਹਦੀ ਬੜੀ ਭਾਵਨਾ ਸੀ ਮਹਾਰਾਜ ਜਦੋਂ ਨੇ ਛਕਾਇਆ। ਉਹਦੀ ਭਾਵਨਾ ਇੰਨੀ ਸੀ ਵੀ ਉਹਨੇ ਜੋ ਛਕਾਇਆ ਨਾ ਮੈਨੂੰ ਮਹਾਰਾਜ ਬੜਾ ਸੁੰਦਰ ਸੀ। ਸਗਰੀ ਉਮਰ ਨਹੀਂ ਅਸ ਖਾਇਓ। ਮਹਾਰਾਜ ਮੇਰੀ ਸਾਰੀ ਜ਼ਿੰਦਗੀ ਲੰਘ ਗਈ ਹੈ, ਮੈਂ ਕਦੇ ਇਦਾਂ ਦਾ ਭੋਜਨ ਨਹੀਂ ਛਕਿਆ ਜੋ ਉਸ ਸਿੱਖ ਦੇ ਘਰ ਛਕ ਕੇ ਆਇਆ। ਮੇਰਾ ਸਾਰਾ ਜੀਵਨ ਲੰਘ ਗਿਆ, ਮੇਰੀ ਸਾਰੀ ਜ਼ਿੰਦਗੀ ਲੰਘ ਗਈ ਹੈ, ਮੈਂ ਕਦੇ ਇਸ ਤਰ੍ਹਾਂ ਦਾ ਭੋਜਨ ਨਹੀਂ ਛਕਿਆ ਜੋ ਉਸ ਗਰੀਬ ਸਿੱਖ ਦੇ ਘਰ ਛਕ ਕੇ ਆਇਆ ਹਾਂ।
ਆਜ ਜਥਾ ਸਿੱਖ ਨੇ ਅਚਵਾਇਓ। ਅੱਜ ਜੋ ਉਹਨੇ ਛਕਾਇਆ ਹੈ ਮਹਾਰਾਜ, ਮੇਰੀਆਂ ਜਨਮਾਂ ਜਨਮਾਂ ਦੀਆਂ ਭੁੱਖਾਂ ਲੈ ਗਈਆਂ ਨੇ ਉਹਦਾ ਭੋਜਨ ਛਕ ਕੇ। ਹਾਂਜੀ, ਪੁਰ ਜਨ ਤਾਹਾਂ ਸੁਨਤ ਬਿਸਮਾਏ। ਲਾਗੇ ਜਿਹੜੇ ਪਿੰਡ ਵਾਲੇ ਖੜੇ ਸੀ ਬਹਿਬਲ ਦੇ, ਉਹ ਬੜੇ ਹੈਰਾਨ ਹੋਏ ਸੁਣ ਕੇ। ਤਿਸ ਘਰ ਕੁਛ ਨਹਿ ਕਿਆ ਇਨ ਖਾਏ। ਉਹ ਬੜੇ ਹੈਰਾਨ ਹੋਏ ਤੇ ਲਾਗਿਓਂ ਬੋਲੇ, ਕਹਿੰਦੇ ਜੀ ਉਹਦੇ ਘਰ ਤਾਂ ਭੰਗ ਭੁੱਜਦੀ ਆ, ਇਹਨੇ ਨਹੀਂ ਕੁਝ ਖਾਦਾ ਹੋਣਾ। ਉਹਦੇ ਘਰ ਤਾਂ ਕੱਖ ਵੀ ਨਹੀਂ, ਕੁਝ ਵੀ ਨਹੀਂ, ਇਹਨੇ ਕੀ ਖਾ ਲਿਆ ਉੱਥੇ। ਫਾਕੇ ਪਰ ਫਾਕਾ ਤਿਸ ਹੋਏ। ਉੱਥੇ ਤਾਂ ਫਾਕੇ ਦੇ ਉੱਤੇ ਫਾਕਾ ਹੈ। ਸਵੇਰੇ ਹਵਾ ਫੱਕ ਕੇ ਸੌ ਜਾਂਦੇ ਨੇ, ਰਾਤ ਨੂੰ ਫਿਰ ਫਾਕਾ, ਅਗਲੇ ਦਿਨ ਚੜ੍ਹਦੇ ਨੇ ਫਿਰ ਫਾਕਾ ਹੀ ਹੁੰਦਾ, ਉਹਨਾਂ ਦੇ ਘਰ ਭੋਜਨ ਨਹੀਂ ਹੁੰਦਾ। ਕਿਤ ਤੇ ਆਨ ਅਚਾਇਓ ਤੋਹੇ। ਉਹਨੇ ਤੁਹਾਨੂੰ ਕਿੱਥੋਂ ਲਿਆ ਕੇ ਛਕਾ ਦਿੱਤਾ ਮਲਾਗਰ ਸਿੰਘ ਜੀ? ਆਪ ਤਾਂ ਭੁੱਖਾ ਮਰਦਾ, ਤੁਹਾਨੂੰ ਕਿੱਥੋਂ ਉਹਨੇ ਲਿਆ ਕੇ ਛਕਾ ਦਿੱਤਾ? ਗੁਰੂ ਕਹਿਓ ਸਿੱਖ ਲਿਹੋ ਹਕਾਰੇ। ਮਲਾਗਰ ਸਿੰਘ ਜੀ ਕੁਝ ਨਹੀਂ ਬੋਲੇ। ਮਹਾਰਾਜ ਜੀ ਕਹਿੰਦੇ ਭਾਈ ਉਹਨੂੰ ਹੀ ਸੱਦ ਲੈਨੇ ਜਿਹਦੇ ਘਰੋਂ ਛੱਕ ਕੇ ਆਇਆ। ਹੁਕਮ ਕੀਤਾ ਉਸ ਸਿੱਖ ਨੂੰ ਸੱਦ ਕੇ ਲਿਆਓ। ਬੂਝੈ ਤੇ ਕਿਆ ਦੀਨ ਆਹਾਰੇ। ਉਹਨੂੰ ਪੁੱਛਦੇ ਆ ਜਿਹਦੀ ਸੋਭਾ ਮਲਾਗਰ ਸਿੰਘ ਜੀ ਕਰਦੇ ਨਹੀਂ ਥੱਕਦੇ, ਵੀ ਅਚਰਜ ਭੋਜਨ ਛੱਕ ਕੇ ਆਏ ਨੇ। ਉਹਨੂੰ ਹੀ ਬੁਲਾ ਕੇ ਪੁੱਛਦੇ ਆ ਉਹਨੇ ਕੀ ਛਕਾ ਦਿੱਤਾ ਐਸਾ, ਕਿਹੜਾ ਭੋਜਨ ਛਕਾਇਆ ਹੈ। ਉਠ ਰਾਹਕ ਤੇ ਲਿਆਏ ਬੁਲਾਏ। ਪਿੰਡ ਵਾਲੇ ਜਿਹੜੇ ਲੋਕ ਸਨ ਉਹ ਕਹਿੰਦੇ ਜੀ ਅਸੀਂ ਜਾਣਦੇ ਆ ਹੁਣੇ। ਉਹ ਤਾਂ ਵਿਖਾਣਾ ਚਾਹੁੰਦੇ ਸੀ ਵੀ ਤਮਾਸ਼ਾ ਵਿਖਾਵਾਂਗੇ ਉਹਦਾ। ਕਹਿੰਦੇ ਜੀ ਅਸੀਂ ਲਿਆਉਣੋਂ ਭੱਜ ਕੇ ਗਏ ਉਹਨੂੰ ਬੁਲਾਉਣ ਲਈ। ਪੁੱਛਿਓ ਗੁਰ ਤੈ ਕਹਾਂ ਖੁਆਏ। ਜਦੋਂ ਸਿੱਖ ਚੱਲ ਕੇ ਆਇਆ ਤਾਂ ਮਹਾਰਾਜ ਜੀ ਨੇ ਪੁੱਛਿਆ, ਹਾਂ ਭਾਈ ਤੂੰ ਕੀ ਛਕਾਇਆ? ਹਾਥ ਜੋਰ ਹੋਏ ਨਮਰ ਬਖਾਨੀ। ਉਹਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ, ਦੀਨ ਕਟੋਰਾ ਮੈਂ ਭਰ ਪਾਨੀ। ਉਹ ਕਹਿਣ ਲੱਗਾ ਮਹਾਰਾਜ ਮੈਂ ਤਾਂ ਇੱਕ ਕਟੋਰਾ ਪਾਣੀ ਦਾ ਭਰ ਕੇ ਦਿੱਤਾ ਹੈ। ਸੁੱਕੇ ਪਹਿਲੂ ਵਿੱਚ ਸਨ। ਮਹਾਰਾਜ ਮੈਂ ਤਾਂ ਇੱਕ ਕਟੋਰਾ ਪਾਣੀ ਦਾ ਭਰ ਕੇ ਦਿੱਤਾ ਭਾਈ ਮਲਾਗਰ ਸਿੰਘ ਨੂੰ। ਸੋ ਪੀ ਕਰ ਸਿੱਖ ਉਠ ਇਤ ਆਇਓ। ਉਹ ਪਾਣੀ ਦਾ ਕਟੋਰਾ ਪੀ ਕੇ ਸਿੱਖ ਮਹਾਰਾਜ ਆਪ ਜੀ ਦਾ ਚੱਲ ਕੇ ਇੱਧਰ ਵਾਪਸ ਆ ਗਿਆ। ਉਤੋ ਦਰਦਰੀ ਨਹਿ ਕੁਛ ਪਾਇਓ। ਮਹਾਰਾਜ ਮੈਂ ਤਾਂ ਘਰ ਚ ਦਾਰਿਦ ਹਾਂ, ਗਰੀਬ ਹਾਂ, ਮੇਰੇ ਕੋਲ ਕੁਝ ਨਹੀਂ ਸੀ ਕਿ ਮੈਂ ਸਿੱਖ ਨੂੰ ਕੁਝ ਛਕਾ ਸਕਦਾ। ਉਹਨੇ ਵੀ ਨਹੀਂ ਕਿਹਾ ਵੀ ਮੈਂ ਪੀਲੂ ਸੁੱਕੇ, ਕਹਿੰਦਾ ਮੈਂ ਤਾਂ ਮਹਾਰਾਜ ਕਟੋਰਾ ਹੀ ਦਿੱਤਾ ਪਾਣੀ ਦਾ ਭਰ ਕੇ। ਉਹ ਪੀ ਕੇ ਸਿੱਖ ਆਪ ਜੀ ਦਾ ਇੱਥੇ ਆ ਗਿਆ ਚੱਲ ਕੇ। ਮੈਂ ਦਰਿਦਰੀ ਕੋਈ ਸੇਵਾ ਨਹੀਂ ਕਰ ਸਕਿਆ, ਕੁਝ ਨਹੀਂ ਛਕਾ ਸਕਿਆ। ਕਰਿਓ ਹੁਕਮ ਸੱਚ ਕਿਉਂ ਨਹਿ ਕਹੈ। ਮਹਾਰਾਜ ਜੀ ਕਹਿੰਦੇ ਬਈ ਉਹ ਸੱਚ ਕਿਉਂ ਨਹੀਂ ਕਹਿੰਦੇ? ਭਾਈ ਮਲਾਗਰ ਸਿੰਘ ਜੀ ਕਹਿਣ ਮਹਾਰਾਜ ਅਚਰਜ ਭੋਜਨ ਛਕ ਕੇ ਆਇਆ। ਉਹ ਆਖੇ ਵੀ ਮਹਾਰਾਜ ਮੈਂ ਤਾਂ ਪਾਣੀ ਦਾ ਕਟੋਰਾ ਹੀ ਦਿੱਤਾ। ਮਹਾਰਾਜ ਜੀ ਕਹਿੰਦੇ ਭਾਈ ਸੱਚ ਕਿਉਂ ਨਹੀਂ ਕਹਿੰਦੇ? ਦੱਸੋ ਕੀ ਕਿਹੜਾ ਭੋਜਨ ਛਕਿਆ? ਤ੍ਰਿਪਤਾਇਓ ਸਿੱਖ ਜਿਮ ਹਿਤ ਚਹੈ। ਤੂੰ ਦੱਸ ਪ੍ਰੇਮ ਦੀ ਚਾਹ ਨਾਲ ਕਿਵੇਂ ਸਿੱਖ ਨੂੰ ਭੋਜਨ ਛਕਾਇਆ? ਕੀ ਛਕਾ ਕੇ ਤ੍ਰਿਪਤ ਕੀਤਾ ਹੈ? ਸਿੱਖ ਨੇ ਸਾਚ ਕਹਿਓ ਤਿਸ ਬੈਰੀ। ਸਿੱਖ ਨੇ ਫਿਰ ਉਸ ਵੇਲੇ ਹੱਥ ਜੋੜ ਕੇ ਬੇਨਤੀ ਕੀਤੀ, ਹੁਤੀ ਕੋਕੜਾ ਪੀਲਨ ਕੇਰੀ। ਮਹਾਰਾਜ ਮੇਰੇ ਘਰ ਦੇ ਵਿੱਚ ਸੁੱਕੀਆਂ ਕੋਕੜਾਂ ਪੀਲੂ ਦੀਆਂ, ਯਾਨੀ ਕਿ ਸੁੱਕੇ ਪੀਲੂ ਪਏ ਹੋਏ ਸਨ। ਗੁਰੂ ਕਹਿਓ ਸਿੱਖੀ ਤਨ ਤਨ। ਮਹਾਰਾਜ ਉਹੀ ਛਕਾਏ ਨੇ। ਸੁਣ ਕੇ ਕਲਗੀਧਰ ਪਾਤਸ਼ਾਹ ਕਹਿੰਦੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਗੁਰੂ ਕੀ ਸਿੱਖੀ ਧਨ ਹੈ, ਧਨ ਹੈ ਸਿੱਖੀ, ਧਨ ਹੈ ਸਿੱਖੀ। ਇਹ ਮੇਰੇ ਗੁਰਦੇਵ ਨੇ ਆਪਣੇ ਮੁਖੋਂ ਬਚਨ ਕਹੇ ਬਹਿਬਲ ਨਗਰ ਦੀ ਜ਼ਮੀਨ ਵਿੱਚ ਜੂਹ ਚ ਬਹਿ ਕੇ। ਦੇਖ ਪਾਓ ਕੋ ਪਏ ਪ੍ਰਸੰਨ। ਇਹਨਾਂ ਦੀ ਭਾਵਨਾ ਵੇਖ ਕੇ ਮਹਾਰਾਜ ਜੀ ਪ੍ਰਸੰਨ ਹੋਏ।
ਆਸ ਸਿੱਖ ਪੀ ਵਿੱਚ ਪੰਥ ਸੁਹਾਏ। ਮਹਾਰਾਜ ਜੀ ਕਹਿੰਦੇ ਇਸ ਖਾਲਸੇ ਪੰਥ 'ਚ ਇਹੋ ਜਿਹੇ ਵੀ ਸਿੱਖ ਸ਼ੋਭਨੀਕ ਨੇ, ਭਾਈ ਮਲਾਗਰ ਸਿੰਘ ਵਰਗੇ। ਮਲਾਗਰ ਸਿੰਘ ਵੱਲ ਇਸ਼ਾਰਾ ਕਰਕੇ ਨਾ ਕਹਿੰਦੇ ਇਹੋ ਜਿਹੇ ਵੀ ਸਿੱਖ ਗੁਰੂ ਕੇ ਇਸ ਪੰਥ ਵਿੱਚ, ਗੁਰੂ ਖਾਲਸੇ ਪੰਥ ਵਿੱਚ ਸ਼ੋਭਦੇ ਹਨ। ਸਤੀ ਦੇਹ ਸੰਤੋਖੀ ਖਾਏ। ਇਹ ਦੇਣ ਵਾਲਾ ਸਤੀ ਹੈ ਤੇ ਖਾਣ ਵਾਲਾ ਸੰਤੋਖੀ ਹੈ। ਦੇਣ ਵਾਲਾ ਸਤੀ ਕਿਉਂ ਵੀ ਜੋ ਸੀ ਉਹਨੇ ਹਾਜ਼ਰ ਕਰ ਦਿੱਤਾ। ਉਹਦੇ ਕੋਲ ਸੁੱਕੇ ਪਿੱਲੂ ਹੀ ਸਨ ਰੱਖੇ ਹੋਏ, ਹੋਰ ਕੁਝ ਨਹੀਂ ਸੀ। ਉਹਨੇ ਉਹੀ ਸਭ ਕੁਝ ਹਾਜ਼ਰ ਕਰ ਦਿੱਤਾ। ਤੇ ਖਾਣ ਵਾਲਾ ਵੀ ਕਿਹੋ ਜਿਹਾ ਸੰਤੋਖੀ, ਉਹਨੇ ਜੋ ਹਾਜ਼ਰ ਕੀਤਾ ਉਹਨੇ ਛਕ ਲਿਆ। ਰੰਚਕ ਭਰ ਵੀ ਮੂੰਹ ਨਹੀਂ ਆਖਿਆ ਮੈਨੂੰ ਆਹ ਕੁਝ ਚਾਹੀਦਾ। ਇਹੋ ਜਿਹੇ ਸਿੱਖ ਵੀ ਹੈਣ ਪੰਥ ਵਿੱਚ, ਸਤੀ ਦੇ ਸੰਤੋਖੀ ਖਾਏ। ਦੇਣ ਵਾਲੇ ਸਤੀ ਔਰ ਖਾਣ ਵਾਲੇ ਸੰਤੋਖੀ। ਗੁਰੂ ਘਰ ਦੇ ਵਿੱਚ ਜਿਤਨੀ ਵੀ ਪੂਜਾ ਹੁੰਦੀ ਹੈ, ਸਾਡਾ ਜਿਹੜਾ ਪੁਜਾਰੀਆਂ ਦਾ, ਗੁਰੂ ਪਾਤਸ਼ਾਹ ਜੀ ਦੀ ਪੂਜਾ ਦਾ ਧਾਨ ਖਾਣ ਵਾਲਿਆਂ ਦਾ ਜੀਵਨ ਹੈ। ਜੇ ਕੋਈ ਅਖੰਡ ਜਾਪ ਕਰਾਵੇ, ਭਾਈ ਮਨੀ ਸਿੰਘ ਸ਼ਹੀਦ ਨੇ ਬਚਨ ਲਿਖੇ ਨੇ। ਉਹ ਕਹਿੰਦੇ ਭਾਈ ਜਿਹੜਾ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਾਵੇ ਜਾਂ ਕਿਤੇ ਵੀ ਕਰਾਵੇ, ਅਖੰਡ ਪਾਠ ਸਾਹਿਬ ਕਰਾਉਣ ਵਾਲਾ ਪਰਿਵਾਰ ਇਹ ਜਾਣੇ ਕਿ ਮੇਰੇ ਕੋਲ ਜੋ ਕੁਝ ਹੈ ਮੈਂ ਗੁਰੂ ਕਾ ਪਾਠ ਸੁਣਾਉਣ ਵਾਲਿਆਂ ਨੂੰ ਭੇਟ ਕਰਦੇ ਹਾਂ। ਔਰ ਜਿਹੜੇ ਅਖੰਡ ਪਾਠ ਕਰਨ ਵਾਲੇ ਹਨ ਉਹ ਇਸ ਤਰ੍ਹਾਂ ਦੀ ਭਾਵਨਾ ਵਾਲੇ ਹੋਣ ਕਿ ਅਸੀਂ ਇੱਥੋਂ ਕੁਝ ਵੀ ਨਹੀਂ ਲੈਣਾ, ਕੇਵਲ ਗੁਰੂ ਕੀ ਬਾਣੀ ਦਾ ਰਸ ਲੈਣਾ ਹੈ। ਦੋਵੇਂ ਪਾਸੇ ਗੱਲ ਹੋਣੀ ਚਾਹੀਦੀ। ਇਹੋ ਜਿਹਾ ਕਿਤੇ ਜਾਪ ਹੋਵੇ ਤੇ ਸਾਰੇ ਸੰਸਾਰ ਵਿੱਚ ਕਲਾ ਵਰਤ ਜਾਏ। ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਜੀ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਦੀ ਔਰ ਕਰਨ ਵਾਲਿਆਂ ਤੇ ਕਰਾਉਣ ਵਾਲਿਆਂ ਦੀ ਇਹ ਮਰਿਆਦਾ ਲਿਖੀ। ਦੇਣ ਵਾਲਾ ਸਤੀ ਤੇ ਖਾਣ ਵਾਲਾ ਸੰਤੋਖੀ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਵੀ ਪੰਥ ਹੈ ਜਿਹੜਾ ਗੁਰੂ ਘਰ ਦੇ ਵਿੱਚ ਸ਼ੋਭਨੀਕ ਹੁੰਦਾ। ਇਹੋ ਜਿਹੇ ਵੀ ਸਿੱਖ ਨੇ ਪੰਥ ਵਿੱਚ। ਸਿੱਖ ਢਿੱਗ ਹੋਏ ਅਚਾਵੈ ਨਾਹੀ। ਕਹਿੰਦੇ ਜੇ ਸਿੱਖ ਦੇ ਕੋਲ ਹੋਵੇ ਤੇ ਉਹ ਨਾ ਛਕਾਵੇ। ਸਿੱਖ ਦੇ ਕੋਲ ਹੋਵੇ ਉਹ ਫਿਰ ਵੀ ਨਾ ਛਕਾਵੇ। ਤੋ ਦੁਖਨ ਜਾਨੋ ਤਿਸ ਮਾਹੀ। ਤੇ ਕਹਿੰਦੇ ਉਸ ਸਿੱਖ ਦੇ ਵਿੱਚ ਵੱਡਾ ਦੂਸ਼ਣ ਹੈ, ਉਹਦੇ ਵਿੱਚ ਵੱਡਾ ਦੂਸ਼ਣ ਹੈ। ਹੋਵੇ ਤੇ ਨਾ ਛਕਾਵੇ, ਉਦਾਂ ਲੱਖਾਂ ਰੁਪਈਆ ਖਰਚ ਦੇਵੇ, ਜਦੋਂ ਗੱਲ ਆਵੇ ਵਾਰੀ ਗੁਰੂ ਕੇ ਵਜ਼ੀਰਾਂ ਨੂੰ, ਗੁਰੂ ਕੇ ਕੀਰਤਨੀਆਂ ਨੂੰ ਭੇਟਾ ਦੇਣ ਦੀ, ਉਦੋਂ ਲੜਨ ਭਿੜਨ ਲੱਗ ਪਵੇ। ਇਹੋ ਜਿਹੇ ਵੀ ਹੈਣ ਨਾ, ਉਸ ਵੇਲੇ ਫਿਰ ਨੱਕਾਂ ਚਾੜਨ ਲੱਗ ਪੈਣ। ਪਾਤਸ਼ਾਹ ਕਹਿੰਦੇ ਫਿਰ ਉਹਦੇ ਤੇ ਵੀ ਦੂਸ਼ਣ ਹੈ ਸਿੱਖ ਤੇ। ਹਾਂਜੀ, ਨਿਰਧਨ ਸਿੱਖ ਤੇ ਜਾਚੈ ਨੀਕਾ। ਪਰ ਜੇ ਕੋਈ ਗਰੀਬ ਸਿੱਖ ਹੈ, ਨਿਰਧਨ ਸਿੱਖ ਹੈ, ਤੇ ਉਹਦੇ ਕੋਲੋਂ ਜਾ ਕੇ ਜ਼ਬਰਦਸਤੀ ਉਹਦੀ ਸੰਗੀ ਦੇ ਵਿੱਚ ਨੂੰਹ ਰੱਖ ਕੇ ਉਹਦੇ ਕੋਲੋਂ ਮੰਗੇ ਵੀ ਦੇ ਜਿੱਥੋਂ ਮਰਜੀ, ਤੇ ਕਹਿੰਦੇ ਫਿਰ ਉਹ ਲੈਣ ਵਾਲਾ ਜਿਹੜਾ ਹੈ ਨਾ ਉਹਦੇ ਵਿੱਚ ਦੂਸ਼ਣ ਹੈ, ਫਿਰ ਉਹ ਗੁਰੂ ਕਾ ਅਪਰਾਧੀ ਹੈ। ਹਾਂਜੀ, ਦੋਸ਼ ਲਖੂ ਅਵਚੈ ਤਿਸ ਹੀ ਕਾ। ਕਹਿੰਦੇ ਫਿਰ ਉਹਦੇ 'ਚ ਦੋਸ਼ ਗਿਣਿਆ ਜਾਏਗਾ। ਹੋਵੇ ਸਿੱਖ ਕੋਲ ਦੇਣ ਵੇਲੇ ਨਾ ਉਹ ਲੁਕਾ ਲਵੇ, ਉਹ ਦੋਸ਼ੀ। ਨਾ ਹੋਵੇ ਤੇ ਜਿਹੜਾ ਲੈਣ ਵਾਲਾ ਉਹ ਜ਼ਬਰਦਸਤੀ ਕਹੇ ਵੀ ਲੈਣਾ, ਤੇ ਕਹਿੰਦੇ ਫਿਰ ਉਹ ਲੈਣ ਵਾਲਾ ਦੋਸ਼ੀ ਹੈ। ਹਾਂਜੀ, ਜਾਂ ਤੇ ਭਾਵ ਮੂਲ ਹੀ ਜਾਣ। ਪਾਤਸ਼ਾਹ ਕਹਿੰਦੇ ਇਸ ਕਰਕੇ ਮੂਲ ਕਰਕੇ ਜਾਣੋ ਵੀ ਪ੍ਰੇਮ ਹੀ ਮੂਲ ਹੈ। ਜਿੱਥੇ ਪ੍ਰੇਮ ਹੈ ਉਹੀ ਮੂਲ ਹੈ, ਪ੍ਰੇਮ ਹੀ ਪ੍ਰਵਾਨ ਹੈ। ਅਚਨ ਅਚਾਵਨ ਬਿਦ ਪਹਿਚਾਨ। ਛਕਾਉਣ ਵਾਲਾ ਪ੍ਰੇਮ ਨਾਲ ਛਕਾਵੇ ਤੇ ਛਕਣ ਵਾਲਾ ਜਿਹੜਾ ਛਕਾ ਰਿਹਾ ਉਸ ਦੇ ਪ੍ਰੇਮ ਦੀ ਕਦਰ ਕਰੇ। ਛਕਾਉਣ ਵਾਲਾ ਪ੍ਰੇਮ ਨਾਲ ਛਕਾਵੇ, ਜਿਹੜਾ ਛਕ ਰਿਹਾ ਉਹ ਛਕਾਉਣ ਵਾਲੇ ਦੀ ਪ੍ਰੇਮ ਭਾਵਨਾ ਦੀ ਕਦਰ ਕਰੇ। ਮਹਾਰਾਜ ਜੀ ਕਹਿੰਦੇ ਮਲਾਗਰ ਸਿੰਘ ਜੀ, ਉਹ ਜਿਹੜਾ ਗਰੀਬ ਸਿੱਖ ਸੀ ਉਹਦੇ ਤੇ ਵੀ ਦਇਆ ਦ੍ਰਿਸ਼ਟੀ ਕਰਦੇ ਆ। ਆਖਿਆ ਇਹ ਦੋਵੇਂ ਗੁਰੂ ਘਰ ਚ ਪ੍ਰਵਾਨ ਨੇ, ਉਹ ਸਤੀ ਹੈ ਤੇ ਮਲਾਗਰ ਸਿੰਘ ਸੰਤੋਖੀ ਹੈ। ਮਲਾਗਰ ਸਿਆ ਤੂੰ ਮੇਰੇ ਉਸ ਗਰੀਬ ਸਿੱਖ ਦਾ ਪਰਦਾ ਕੱਜਿਆ, ਜਾਂ ਤੇਰਾ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਅਸੀਂ ਪਰਦਾ ਕੱਜ ਦਿੱਤਾ ਹੈ।
ਔਰ ਉਹ ਜਿਹੜਾ ਗਰੀਬ ਸਿੱਖ ਸੀ ਵੀ ਉਹਨੂੰ ਵੀ ਮੇਰੇ ਪਾਤਸ਼ਾਹ ਨੇ ਕਿਰਤਾਰਥ ਕਰ ਦਿੱਤਾ। ਇਹ ਇਤਿਹਾਸ ਹੈ ਪਰ ਸਾਡੀ ਜੀਵਨ ਜਾਂਚ ਹੈ। ਸਾਡੇ ਜੀਵਨ ਵਿੱਚ ਅਸੀਂ ਜੀਵਨ ਜਾਂਚ ਕੀ ਹੈ ਉਹ ਗੁਰਦੇਵ ਦਾ ਇਤਿਹਾਸ ਸਾਨੂੰ ਦੁਹਰਾ ਕੇ ਦੱਸਦਾ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਬੇਨਤੀ ਹੈ ਸਨਿਮਰ ਬੇਨਤੀ ਸੰਗਤ ਦੇ ਚਰਨਾਂ 'ਚ 27 ਫਰਵਰੀ ਨੂੰ ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ 400 ਸਾਲਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਇੰਟਰਨੈਸ਼ਨਲ ਗੱਤਕਾ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ, ਜਿਸ ਵਿੱਚ ਜੋ ਨਾਮੀ ਗੱਤਕਾ ਪਾਰਟੀਆਂ ਹਨ ਭੁਜੰਗੀਆਂ ਦੀਆਂ ਤੇ ਭੁਜੰਗਣਾਂ ਦੀਆਂ, ਉਹ ਇਹਦੇ ਵਿੱਚ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਆਪ ਦੀ ਹਾਜ਼ਰੀਆਂ ਭਰੋ। ਇਹ ਜਿਹੜੇ ਸਮਾਗਮ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋ ਰਹੇ ਨੇ। ਗੱਤਕੇ ਦਾ ਇਸ ਪ੍ਰਦਰਸ਼ਨ ਦੇ ਵਿੱਚ ਜੋ ਸਹਿਯੋਗ ਹੈ, ਮੁੱਖ ਸਹਿਯੋਗ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਇਹਨਾਂ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਜੀ, ਉਹਨਾਂ ਵੱਲੋਂ ਹੋ ਰਿਹਾ। ਉਹ ਵੀ ਉਚੇਚੇ ਤੌਰ ਤੇ 27 ਤਰੀਕ ਨੂੰ ਹਾਜ਼ਰੀਆਂ ਭਰਨਗੇ। ਹੋਰ ਵੀ ਮਹਾਂਪੁਰਸ਼ ਮਹਾਤਮਾ ਹਾਜ਼ਰੀਆਂ ਭਰਨਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਦੂਸਰੀ ਬੇਨਤੀ ਹੈ 1 ਮਾਰਚ ਨੂੰ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੋਂ ਸਵੇਰੇ ਸ਼੍ਰੀ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਅਰਦਾਸ ਬੇਨਤੀ ਕਰਕੇ 9 ਵਜੇ 9ਵੇਂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸਕ ਸਥਾਨ ਜੋ ਪਟਿਆਲੇ ਜ਼ਿਲ੍ਹੇ ਵਿੱਚ ਹਨ, ਇਹਨਾਂ ਦੇ ਦਰਸ਼ਨ ਦਿਦਾਰੇ ਨਗਰ ਕੀਰਤਨ ਆਰੰਭ ਹੋਣਗੇ। 1 ਮਾਰਚ ਤੋਂ ਇਹ ਨਗਰ ਕੀਰਤਨ ਪ੍ਰਾਰੰਭ ਹੋ ਕੇ 6 ਮਾਰਚ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਵੱਖੋ ਵੱਖਰੇ ਸਥਾਨਾਂ ਤੋਂ ਹੁੰਦਿਆਂ ਹੋਇਆਂ ਸਮਾਪਤੀ ਹੋਵੇਗੀ। 1 ਮਾਰਚ ਨੂੰ ਵੀ ਘੋੜੇ ਆਉਣਗੇ, ਨਿਹੰਗ ਸਿੰਘ ਫੌਜਾਂ ਆਉਣਗੀਆਂ ਬੁੱਢੇ ਦਲ ਦੀਆਂ। ਆਪ ਜੀ ਨੇ ਇਹਨਾਂ ਨਗਰ ਕੀਰਤਨਾਂ ਵਿੱਚ ਆਪੋ ਆਪਣੇ ਵਾਹਨ ਲੈ ਕੇ, ਜੋ ਵਾਹਨ ਸਾਹਿਬ ਜੀ ਨੇ ਕਿਸੇ ਨੂੰ ਦਿੱਤੇ ਹਨ, ਭਾਵੇਂ ਕੋਈ ਮੋਟਰਸਾਈਕਲਾਂ ਤੇ ਹੈ, ਸਕੂਟਰਾਂ ਤੇ ਹੈ, ਕਾਰਾਂ ਤੇ ਹਨ, ਤੇ ਨਗਰਾਂ ਦੇ ਵਿੱਚ ਆਮ ਪਿੰਡਾਂ ਵਿੱਚ ਬਹੁਤ ਸਾਰੇ ਗੁਰਸਿੱਖਾਂ ਕੋਲ ਟਰੈਕਟਰ ਟਰਾਲੀਆਂ ਵੀ ਹਨ। ਉਹ ਸ਼ਮੂਲੀਅਤ ਕਰਕੇ ਜਿਹੜੀ ਸੰਗਤ ਦੇ ਕੋਲ ਵਾਹਨ ਨਹੀਂ ਉਹਨਾਂ ਨੂੰ ਵੀ ਨਾਲ ਬਿਠਾ ਕੇ ਮਹਾਰਾਜ ਜੀ ਦੇ ਪਾਵਨ ਇਤਿਹਾਸਕ ਸਥਾਨਾਂ ਦੀ ਯਾਤਰਾ ਕਰੋ। ਦਰਸ਼ਨ ਦਿਦਾਰੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਸਿਮਰੋ ਸ਼੍ਰੀ ਹਰਿ ਰਾਏ, 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 ਸਿਮਰੋ ਸ਼੍ਰੀ ਹਰਿ ਰਾਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म अविनाशी। अगनास हे पूरन हे सर्व मैं। दुख भंजन गुण हे संगी हे निरंकार। हे निर्गुण सब तेक। हे गोबिंद हे गुण निधान। जाके सदा विवेक। हे अपरंपर हर हरे। पी होवन हार। हे संतह कै सदा संग। हे ताराधार। हे ठाकुर हाँ दासरो। निर्गुण गुण नहीं कोय। नानक दीजै नाम दान। आखो ही परो। आए प्रभ शरणागति। कृपा निध दयालो। एक अखर हर मन बस्त। नानक होत निहाल। वाहिगुरु नाम जहाज है। चढ़े सो उतरे पार। जो श्रद्धा कर सेवंदे। पार उतारन हार। वाहिगुरु नाम जहाज है। चढ़े सो उतरे पार। जो श्रद्धा कर सेवंदे। और पार उतारन हार। वाहिगुरु जी का खालसा वाहिगुरु जी की फतेह।